ਨਿੱਘਾ ਸਵਾਗਤ ਜੀ ਆਇਆਂ ਨੂੰ। ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ। ਕਿਸੇ ਵੀ ਇਨਸਾਨ ਦਾ ਜੀਵਨ ਜੇ ਅਸੀਂ ਛੂ ਕੇ ਦੇਖੀਏ, ਉਹਦੇ ਬਾਰੇ ਗੱਲ ਕਰੀਏ ਤਾਂ ਛੋਟੇ ਜਿਹੇ ਸਮੇਂ ਦੇ ਵਿੱਚ, ਥੋੜ੍ਹੇ ਜਿਹੇ ਪਲਾਂ ਦੇ ਵਿੱਚ ਅਸੀਂ ਪੂਰੀ ਜ਼ਿੰਦਗੀ ਦੇ ਉੱਤੇ ਝਾਤ ਨਹੀਂ ਮਾਰ ਸਕਦੇ, ਕਿਉਂਕਿ ਬਹੁਤ ਜ਼ਿਆਦਾ ਡਿਟੇਲਸ ਮਿਲਣਗੀਆਂ, ਬਹੁਤ ਜ਼ਿਆਦਾ ਫੈਲਾਅ ਮਿਲੇਗਾ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਉਹ ਨੁਕਤੇ ਅਸੀਂ ਫੜੀਏ ਜਿਨ੍ਹਾਂ ਬਾਰੇ ਗੱਲਬਾਤ ਕਰੀਏ ਕਿ ਉਸ ਇਨਸਾਨ ਦੇ ਕਰੈਕਟਰ ਬਾਰੇ, ਚਰਿੱਤਰ ਬਾਰੇ, ਜ਼ਿੰਦਗੀ ਬਾਰੇ, ਉਹਦੀ ਗੰਭੀਰਤਾ ਬਾਰੇ, ਉਹਦੇ ਦਰਸ਼ਨ ਬਾਰੇ, ਫਿਲਾਸਫੀ ਬਾਰੇ ਅਸੀਂ ਗੱਲਬਾਤ ਕਰ ਸਕੀਏ ਜੋ ਸਾਨੂੰ ਜੀਵਨ ਦੀ ਸੇਧ ਦੇ ਸਕੇ। 2 ਅਕਤੂਬਰ ਨੂੰ 2 ਮਹਾਨ ਸ਼ਖਸੀਅਤਾਂ ਦਾ ਜਨਮ ਦਿਵਸ ਅਸੀਂ ਮਨਾਉਂਦੇ ਹਾਂ। ਮਹਾਤਮਾ ਗਾਂਧੀ ਜੀ ਔਰ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ, ਜੋ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ ਨੇ। ਸੋ ਕੱਲ੍ਹ ਉਹਨਾਂ ਦਾ ਜਨਮ ਦਿਹਾੜਾ ਅਸੀਂ ਮਨਾਉਣਾ ਹੈ ਤੇ ਅੱਜ ਅਸੀਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਕਿਹਾ ਜਾਂਦਾ ਹੈ। ਯੂਨਾਈਟਿਡ ਨੇਸ਼ਨਸ ਨੇ ਘੋਸ਼ਿਤ ਕੀਤਾ ਹੈ 2 ਅਕਤੂਬਰ ਨੂੰ ਇੰਟਰਨੈਸ਼ਨਲ ਨਾਨ ਵਾਇਲੈਂਸ ਡੇ, ਜੋ ਗਾਂਧੀ ਜੀ ਨੂੰ ਸਮਰਪਿਤ ਹੈ। ਸੋ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਸੋ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਨਾਲ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜੀਵਨ ਬਾਰੇ ਕੁਝ ਇੱਕ ਗੱਲਾਂ, ਕੁਝ ਇੱਕ ਪਰਤਾਂ ਅਸੀਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਆਪਣੇ ਸਿਲਸਿਲੇ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮੇਰੇ ਨਾਲ ਡਾਕਟਰ ਦਿਨੇਸ਼ ਅਰੋੜਾ ਜੀ, ਐਸੋਸੀਏਟ ਪ੍ਰੋਫੈਸਰ, ਰਾਜਨੀਤੀ ਵਿਭਾਗ, DAV ਕਾਲਜ ਜਲੰਧਰ ਤੋਂ। ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ। ਸ਼ੋਅ ਦੇ ਵਿੱਚ, ਗੱਲਾਂ ਤੇ ਗੀਤ ਦੇ ਵਿੱਚ। ਧੰਨਵਾਦ। ਸੋ ਜ਼ਿੰਦਗੀ ਦਾ ਜੀ ਮੁੱਢ ਉਦੋਂ ਹੀ ਵੱਜ ਜਾਂਦਾ ਜਦੋਂ ਇੱਕ ਬੱਚਾ ਬਚਪਨ ਦੇ ਵਿੱਚ ਉਸ ਮਾਹੌਲ ਦੇ ਵਿੱਚ ਪਲਦਾ, ਜੋ ਉਹਦੇ ਪਰਿਵਾਰ ਦਾ ਮਾਹੌਲ ਹੈ, ਜੋ ਆਂਢ ਗੁਆਂਢ ਦਾ ਮਾਹੌਲ ਹੈ, ਜਾਂ ਜੋ ਮਾਂ-ਬਾਪ ਕਹਿੰਦੇ ਨੇ ਇਹ ਪੁਸਤਕਾਂ ਪੜ੍ਹੋ, ਜੋ ਨਸੀਹਤ ਦਿੰਦੇ ਨੇ, ਜੋ ਸੰਸਕਾਰ ਦਿੰਦੇ ਨੇ, ਜੀ ਜਿੱਥੇ ਜਿੱਥੇ ਉਹਨੂੰ ਸਿੱਖਣ ਦਾ ਮੌਕਾ ਮਿਲਦਾ ਹੈ, ਉਹ ਸਾਰੀ ਜ਼ਿੰਦਗੀ ਉਹਦੇ ਜੀਵਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਪਰ ਜ਼ਰੂਰੀ ਹੈ ਬਚਪਨ ਕਿੱਦਾਂ ਦਾ। ਸੋ ਅਸੀਂ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਦੇ ਬਚਪਨ ਬਾਰੇ। ਜਿਸ ਵੇਲੇ ਅਸੀਂ 2 ਅਕਤੂਬਰ ਦੇ ਦਿਨ ਦੀ ਗੱਲ ਕਰਦੇ ਹਾਂ, ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਦੇ ਵਿੱਚ ਪੋਰਬੰਦਰ, ਗੁਜਰਾਤ ਦੇ ਵਿੱਚ ਹੁੰਦਾ ਹੈ। ਕਰਮਚੰਦ ਗਾਂਧੀ ਜੀ ਦੇ ਘਰ ਦੇ ਵਿੱਚ ਮਾਤਾ ਪੁਤਲੀ ਬਾਈ ਦੇ ਕੋਖ ਤੋਂ ਉਹਨਾਂ ਦਾ ਜਨਮ ਹੁੰਦਾ ਹੈ ਜੀ। ਔਰ ਇਹ ਅਗਰ ਅਸੀਂ ਪਰਿਵਾਰ ਦਾ ਮਾਹੌਲ ਦੇਖਦੇ ਹਾਂ ਤੇ ਇਹ ਇੱਕ ਅੱਛਾ ਪਰਿਵਾਰ ਹੈ, ਧਾਰਮਿਕ ਪਰਿਵਾਰ ਹੈ, ਸੰਸਕਾਰੀ ਪਰਿਵਾਰ ਹੈ, ਜ਼ਮੀਨ ਦੇ ਨਾਲ ਜੁੜਿਆ ਹੋਇਆ ਔਰ ਬੱਚਿਆਂ ਨੂੰ ਸੰਸਕਾਰ ਦੇ ਕੇ ਸਮਾਜ ਦੇ ਲਈ ਸਮਰਪਿਤ ਕਰਨ ਵਾਲਾ ਪਰਿਵਾਰ ਹੈ। ਤੋ ਗਾਂਧੀ ਜੀ ਦੇ ਜੀਵਨ ਦੇ ਵਿੱਚ ਪਰਿਵਾਰ ਦਾ ਅਗਰ ਅਸੀਂ ਪ੍ਰਭਾਵ ਦੇਖਦੇ ਹਾਂ ਤਾਂ ਸਭ ਤੋਂ ਜ਼ਿਆਦਾ ਉਹ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਦੇ ਆ, ਮਾਈ ਐਕਸਪੈਰੀਮੈਂਟ ਵਿਦ ਟਰੁੱਥ ਦੇ ਵਿੱਚ, ਕਿ ਉਹਨਾਂ ਦੇ ਮਾਤਾ ਜੀ ਦਾ ਪ੍ਰਭਾਵ ਬਹੁਤ ਰਿਹਾ। ਮਾਤਾ ਜੀ ਨੇ ਉਹਨਾਂ ਨੂੰ ਸੰਸਕਾਰ ਦਿੱਤੇ ਜੀ। ਉਹ ਕਹਿ ਰਿਹਾ ਕਿ ਪਿਤਾ ਜੀ ਤੋਂ ਮੈਨੂੰ ਡਰ ਲੱਗਦਾ ਸੀ। ਪਿਤਾ ਜੀ ਦਾ ਰੋਪ ਸੀ, ਉਹ ਦੀਵਾਨ ਸੀਗੇ ਪੋਰਬੰਦਰ ਦੇ ਵਿੱਚ, ਲੇਕਿਨ ਮਾਤਾ ਜੀ ਦੇ ਕੋਲੋਂ ਉਹਨਾਂ ਨੇ ਜਿਹੜੇ ਧਾਰਮਿਕ ਸੰਸਕਾਰ ਲਏ ਉਹ ਹਮੇਸ਼ਾ ਉਹਨਾਂ ਦੇ ਨਾਲ ਰਹੇ ਜੀ। ਉਹ ਲਿਖਦੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਿ ਸਾਡੇ ਘਰ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਬਹੁਤ ਧਾਰਮਿਕ ਪ੍ਰਵਿਰਤੀ ਵਾਲਾ ਮਾਹੌਲ ਸੀ। ਖਾਣੇ ਤੋਂ ਪਹਿਲਾਂ ਪੂਜਾ ਹੁੰਦੀ ਸੀ, ਨੇਚਰ ਦੀ, ਪ੍ਰਕਿਰਤੀ ਦੀ ਪੂਜਾ ਕੀਤੀ ਜਾਂਦੀ ਸੀ, ਪੇੜ ਪੌਦਿਆਂ ਦੀ ਪੂਜਾ ਕੀਤੀ ਜਾਂਦੀ ਸੀ। ਔਰ ਇਹ ਜਿਹੜੇ ਸੰਸਕਾਰ ਸੀਗੇ ਉਹਨਾਂ ਨੇ ਪਰਿਵਾਰ ਤੋਂ ਗ੍ਰਹਿਣ ਕੀਤੇ, ਜਿਹੜੇ ਮੁੱਢਲੇ ਸੰਸਕਾਰ ਉਹਨਾਂ ਨੇ ਲਏ ਔਰ ਥਰੂ ਆਊਟ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਨਾਲ ਰਹੇ। ਪਰਿਵਾਰ ਦੇ ਵਿੱਚ ਜਿਹੜੇ ਧਾਰਮਿਕ ਸੰਸਕਾਰ ਸੀਗੇ ਉਹ ਬਣੇ ਹੋਏ ਸੀ ਔਰ ਧਾਰਮਿਕ ਰਵਿੱਤੀਆਂ, ਜਿਹੜੀਆਂ ਪ੍ਰਥਾਵਾਂ ਸੀ, ਉਹਨਾਂ ਨੂੰ ਬਹੁਤ ਗਹਿਰੇ ਰੂਪ ਦੇ ਨਾਲ ਮੰਨਿਆ ਜਾਂਦਾ ਸੀਗਾ ਜੀ। ਜਿਹੜੇ ਧਾਰਮਿਕ ਸੰਤ ਹੈ ਉਹਨਾਂ ਦਾ ਆਉਣਾ ਸੀ। ਅਲੱਗ-ਅਲੱਗ ਧਰਮ ਦੇ ਅਗਰ ਅਸੀਂ ਗੱਲ ਕਰਦੇ ਹਾਂ, ਚਾਹੇ ਉਹ ਜੈਨ ਧਰਮ ਦੀ ਗੱਲ ਕਰਦੇ ਹਾਂ, ਚਾਹੇ ਬੌਧ ਧਰਮ ਦੀ ਗੱਲ ਕਰਦੇ ਹਾਂ, ਈਵਨ ਇਸਲਾਮ ਧਰਮ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੀ ਗੱਲ ਕਰਦੇ ਹਾਂ, ਇਹ ਸਾਰਿਆਂ ਦਾ ਪ੍ਰਭਾਵ ਉਹਨਾਂ ਦੇ ਜੀਵਨ 'ਤੇ ਸਾਨੂੰ ਵੇਖਣ ਨੂੰ ਮਿਲਦਾ ਜੀ। ਔਰ ਨਾਲ ਦੀ ਨਾਲ ਅਗਰ ਅਸੀਂ ਦੇਖੀਏ ਉਸ ਸਮੇਂ ਨਾਟਕ ਪ੍ਰਥਾ ਪ੍ਰਚਲਿਤ ਸੀ ਔਰ ਦੇਖਦੇ ਹਾਂ ਕਿ ਰਾਜਾ ਹਰੀਸ਼ ਚੰਦਰ ਦੇ ਜੀਵਨ ਦੇ ਉੱਪਰ ਨਾਟਕ ਖੇਡੇ ਜਾਂਦੇ ਸੀ। ਉਹਨਾਂ ਦੇ ਜੀਵਨ ਦਾ ਬਹੁਤ ਪ੍ਰਭਾਵ, ਰਾਜਾ ਹਰੀਸ਼ ਚੰਦਰ ਜੀ ਦੇ ਨਾਟਕ ਜਿਹੜੇ ਹੋਏ ਉਹਨਾਂ ਦਾ ਬਹੁਤ ਪ੍ਰਭਾਵ ਗਾਂਧੀ ਜੀ ਤੇ ਪਿਆ। ਮਤਲਬ ਉਹ ਨਾਟਕ ਦੇਖਣ ਗਏ, ਨਾਟਕ ਦੇਖਿਆ ਤੇ ਪ੍ਰਭਾਵ ਲੈ ਕੇ ਘਰ ਆਏ। ਬਿਲਕੁਲ। ਸਮਾਜ ਦੇ ਵਿੱਚ ਉਸ ਵੇਲੇ ਜਿਹੜੀ ਇਹ ਸੰਸਕਾਰ ਦੇਣ ਦਾ ਇੱਕ ਰਿਵਾਜ ਸੀਗਾ, ਇਹ ਪ੍ਰਥਾਵਾਂ ਸੀਗੀਆਂ ਔਰ ਉਹਨਾਂ ਦੇ ਜੀਵਨ ਦਾ ਪ੍ਰਭਾਵ ਗਾਂਧੀ ਜੀ ਤੇ ਦੇਖਣ ਨੂੰ ਮਿਲਦਾ ਹੈ। ਤਾਂ ਹੀ ਅਸੀਂ ਹਮੇਸ਼ਾ ਕਹਿੰਦੇ ਹਾਂ ਨਾਟਕ ਪਰੰਪਰਾ ਨੂੰ ਬਿਲਕੁਲ ਸੁਰਜੀਤ ਕਰੋ। ਸ਼ਰਵਣ ਕੁਮਾਰ ਜੀ ਦੇ ਜੀਵਨ ਦਾ ਪ੍ਰਭਾਵ ਗਾਂਧੀ ਜੀ ਤੇ ਹੈ ਔਰ ਇਹ ਸੰਸਕਾਰ ਗਾਂਧੀ ਜੀ ਨੇ ਗ੍ਰਹਿਣ ਕੀਤੇ ਆ, ਜਿਹੜਾ ਥਰੂ ਆਊਟ ਉਹਨਾਂ ਦੇ ਨਾਲ ਰਹੇ ਆ। ਔਰ ਜਿਹੜਾ ਸਕੂਲ ਉਹਨਾਂ ਨੇ ਜੁਆਇਨ ਕੀਤਾ, ਜਿਹੜੀ ਐਜੂਕੇਸ਼ਨ ਉਹਨਾਂ ਨੇ ਗ੍ਰਹਿਣ ਕੀਤੀ, ਸਕੂਲ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਛੋਟੀ ਉਮਰ ਦੇ ਵਿੱਚ 13 ਸਾਲ ਦੇ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਔਰ ਕਸਤੂਰਬਾ ਗਾਂਧੀ ਜੀ ਦੇ ਨਾਲ ਜਿਹੜੀ ਉਹਨਾਂ ਦੀ ਸ਼ਾਦੀ ਹੁੰਦੀ ਹੈ ਔਰ ਉਹਨਾਂ ਨੇ ਵੀ ਗਾਂਧੀ ਜੀ ਦੇ ਨਾਲ ਮਿਲ ਕੇ ਨਾ ਸਿਰਫ ਸੁਤੰਤਰਤਾ ਸੰਘਰਸ਼ ਦੇ ਵਿੱਚ ਪਰ ਪੂਰੀ ਜ਼ਿੰਦਗੀ ਗਾਂਧੀ ਦੇ ਨਾਲ ਚੱਲ ਕੇ ਗਾਂਧੀ ਦਾ ਪੂਰਾ ਸਾਥ ਦਿੱਤਾ। ਇਹਦਾ ਜਿਹੜੀ ਅਗਰ ਐਡੀ ਵੱਡੀ ਪਰਸਨੈਲਿਟੀ ਅਗਰ ਅਸੀਂ ਦੇਖਦੇ ਹਾਂ ਜਿਹਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਛਾਪ ਛੱਡੀ ਹੈ ਔਰ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਸਮੱਸਿਆ ਸਮਾਜਿਕ ਹੈ, ਚਾਹੇ ਉਹ ਆਰਥਿਕ ਹੈ, ਚਾਹੇ ਉਹ ਰਾਜਨੀਤਿਕ ਹੈ, ਚਾਹੇ ਉਹ ਵਾਤਾਵਰਣ ਨਾਲ ਜੁੜੀ ਹੋਈ ਹੈ ਕਿ ਪ੍ਰਦੂਸ਼ਣ ਵੱਧ ਰਿਹਾ ਜੀ, ਕੋਈ ਵੀ ਸਮੱਸਿਆ ਤੇ ਉਹਦਾ ਹੱਲ ਜਿਹੜਾ ਸਾਨੂੰ ਉਹ ਗਾਂਧੀਵਾਦ ਦੇ ਵਿੱਚ, ਗਾਂਧੀ ਦੇ ਜੀਵਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਾਟਕਾਂ ਦਾ, ਸੱਤਿਆਵਾਦੀ ਹਰੀਸ਼ਚੰਦਰ, ਉੱਥੋਂ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਸੱਚ ਬੋਲੋ, ਸੱਚ ਦੀ ਰਾਹ ਤੇ ਚੱਲੋ। ਸ਼ਰਵਣ ਕੁਮਾਰ ਜੀ ਦਾ ਤੁਸੀਂ ਜ਼ਿਕਰ ਕੀਤਾ, ਇੱਕ ਆਦਰਸ਼ ਪੁੱਤਰ, ਮਾਤਾ ਪਿਤਾ ਦੀ ਸੇਵਾ ਕਰੋ, ਜਿਹੜੇ ਵਹਿੰਗੀ 'ਚ ਲੈ ਕੇ ਆਪਣੇ ਮਾਤਾ ਪਿਤਾ ਨੂੰ ਇਹ ਸਾਰੇ ਸੰਸਕਾਰ ਉਹਨਾਂ ਨੇ ਗ੍ਰਹਿਣ ਕੀਤੇ ਆਪਣੇ ਪਰਿਵਾਰ ਤੋਂ, ਆਪਣੇ ਆਸ-ਪਾਸ ਦੇ ਉਸ ਮਾਹੌਲ ਤੋਂ ਜਿਹੜਾ ਕਿ ਪਰਿਵਾਰ ਨੇ ਉਹਨਾਂ ਨੂੰ ਔਰ ਸਮਾਜ ਨੇ ਦਿੱਤਾ। ਮਤਲਬ ਹੁਣ ਅਸੀਂ ਇੱਥੋਂ ਅੱਗੇ ਤੁਰਦੇ ਹਾਂ ਕਿ ਉਹਨਾਂ ਦੇ ਜੀਵਨ ਦੇ ਉੱਤੇ ਧਾਰਮਿਕ ਸੰਸਕਾਰ ਜੋ ਮਾਤਾ ਜੀ ਨੇ ਦਿੱਤੇ ਔਰ ਨਾਟਕਾਂ ਤੋਂ ਮਿਲੇ, ਉਹ ਉਹਨਾਂ ਦਾ ਖਾਸ ਪ੍ਰਭਾਵ ਲੈ ਕੇ ਸਾਰੀ ਜ਼ਿੰਦਗੀ ਚੱਲਦੇ ਰਹੇ। ਉਹ ਲਿਖਦੇ ਆ ਕਿ ਜਿਸ ਵੇਲੇ ਵੀ ਮੈਨੂੰ ਕਿਤੇ ਕੁਝ ਲੱਗਦਾ ਹੈ ਲਾਈਫ ਦੇ ਵਿੱਚ ਤੇ ਮੈਂ ਭਗਵਦ ਗੀਤਾ ਵੱਲ ਜਾਣਾ ਹੈ, ਮੈਂ ਇਹਨਾਂ ਧਾਰਮਿਕ ਗ੍ਰੰਥਾਂ ਤੋਂ ਆਪਣੀ ਸ਼ਕਤੀ ਗ੍ਰਹਿਣ ਕਰਦਾ ਹਾਂ, ਇਹਨਾਂ ਤੋਂ ਮੈਂ ਊਰਜਾ ਲੈਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਹਾਂ ਮੈਂ ਜਿਸ ਰਸਤੇ ਤੇ ਉੱਪਰ ਚੱਲ ਰਿਹਾ, ਰਸਤਾ ਉਹਨਾਂ ਦਾ ਹਮੇਸ਼ਾ ਇੱਕ ਰਿਹਾ, ਸੱਚ ਦਾ ਰਸਤਾ, ਔਰ ਉਹਨਾਂ ਦੀ ਤਾਕਤ ਹਮੇਸ਼ਾ ਅਹਿੰਸਾ ਰਹੀ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ ਕਿ ਉਹ ਇਸ ਰਸਤੇ ਦੇ ਉੱਪਰ ਅੜਿੰਗ ਰਹਿਣ ਔਰ ਇਸ ਰਸਤੇ ਤੇ ਮਜ਼ਬੂਤੀ ਦੇ ਨਾਲ ਚੱਲਦੇ ਰਹਿਣ। ਮਤਲਬ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਵਿੱਤਰ ਧਾਰਮਿਕ ਗ੍ਰੰਥਾਂ ਨਾਲ ਜੁੜਨਾ ਚਾਹੀਦਾ ਹੈ, ਉੱਥੋਂ ਤਾਕਤ ਲੈ ਕੇ, ਉੱਥੋਂ ਸਿੱਖਿਆ ਲੈ ਕੇ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਤਾਂ ਜੋ ਗਾਂਧੀਵਾਦ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜੇ ਉਹਨਾਂ ਦੇ ਆਦਰਸ਼ ਨੇ, ਸਿਧਾਂਤ ਨੇ, ਉਹਨਾਂ ਦਾ ਆਧਾਰ ਵੀ ਇਹ ਪਵਿੱਤਰ ਗ੍ਰੰਥ ਹੀ ਰਹੇ ਨੇ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਬਾਈਬਲ ਤੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ, ਕੁਰਾਨ ਸ਼ਰੀਫ ਤੋਂ ਔਰ ਭਗਵਦ ਗੀਤਾ ਤੋਂ ਦਿਸ਼ਾ ਲੈਂਦੇ ਨੇ। ਜਿਸ ਵੇਲੇ ਅਸੀਂ ਗਾਂਧੀਵਾਦ ਦੀ ਗੱਲ ਕਰਦੇ ਹਾਂ ਤਾਂ ਗਾਂਧੀ ਜੀ ਦਾ ਜਵਾਬ ਦਿੰਦੇ ਆ ਕਿ ਗਾਂਧੀਵਾਦ ਵਰਗੀ ਕੋਈ ਚੀਜ਼ ਨਹੀਂ ਹੈ, ਮੈਂ ਕੋਈ ਦੁਨੀਆ ਨੂੰ ਕੋਈ ਨਵੀਂ ਚੀਜ਼ ਨਹੀਂ ਦੇ ਰਿਹਾ। ਇਹ ਜਿਹੜੀਆਂ ਸਿਧਾਂਤ ਹੈ ਜੋ ਗਾਂਧੀ ਜੀ ਦੇ ਸਿਧਾਂਤ ਹੈ, ਦੋ ਮੁੱਖ ਸਿਧਾਂਤ ਹੈ, ਇੱਕ ਸੱਚ ਤੇ ਦੂਸਰਾ ਅਹਿੰਸਾ। तो गांधी जी लिखते हैं कि ये सिद्धांत उन्ने ही पुराने हैं जिन्ने की पुरानियां नदियां ते पहाड़ है जी। तो ये मैं कोई नवी चीज़ नहीं दे रहा, क्लीयर कर दे, मैं इन्हों इंप्लीमेंट कर रहा अपने परसनल जीवन दे विच, व्यक्तिगत जीवन दे विच और अपने सार्वजनिक जीवन दे विच, और इन्हां दे नाल कोई समझौता नहीं है जी। मैं हर चीज़ छड्डण दे लई, हर काम करन दे लई तैयार हाँ, बट सिवाए कि मैं इन्हां सिद्धांतां नूं नहीं छड्ड सकदा। मैं कुछ भी करांगा पर यह सिद्धांत नहीं छड्डांगा। और ये अड़िंग रहे आ, वो चाहे उन्होंने असी निजी जीवन के झात मारीए या उन्होंने सार्वजनिक जीवन को देखिए, ये दो सिद्धांत उन्होंने नाल रहे आ। और ये गल बड़ी खूबसूरत है कि जिसले वो ये गल कहते हैं कि मेरी लाइफ मेरा मैसेज है, जो असी उन्होंने संदेश देखने की कोशिश करते हैं ना, तो वो कहते मेरी लाइफ मेरा मैसेज है। और असी उस मैसेज को अगर समझण की, पढ़न की कोशिश करते हैं, डीकोड करने की कोशिश करते हैं, तो वो यही निकलता है कि ये दो पिलर है जिन्हां दे उपर पूरा गांधी जी का जीवन, पूरी गांधीयन फिलोसफी स्थापित है। एक सच है तो दूसरा अहिंसा। इस तो वध के तो कोई धर्म नहीं है, ये गांधी जी का आखते कि सच जिहड़ा है उहदे नाल सारे धर्मां दा सार यही है, और अहिंसा जिहड़ी है ये हमेशा सच दे नाल जुड़दी है। अहिंसा मतलब किसी दे उत्ते जुल्म ना करो। अगर असीं अहिंसा की गल करिए, एक तो अहिंसा की गल ये है कि किसी को मारो ना, किसी को दुख ना दिओ, लेकिन गांधी जी जो अहिंसा का दृष्टिकोण रखते हैं वो बहुत व्यापक है। वो तो ये भी कहते हैं कि अहिंसा का मतलब ये है कि किसी बारे बुरा सोचो भी ना। अहिंसा का मतलब ये है कि अगर कोई दुखी है तो उसकी सहायता करो। अहिंसा का मतलब किसी को दुख देना नहीं है, लेकिन ये तो है ही है कि दुख ना दिओ, लेकिन नाल दी नाल जिहड़ा दुखी है उसकी सहायता करके उन्हें दुख चों बाहर भी कढ़ना है। ये तो पॉजिटिव एस्पेक्ट भी है जी जी जी। तो बुरा ना सोचो, किसी बारे बुरा ना सोचो, किसी नूं दुख देण बारे तुहाडे मन च ख्याल भी नहीं आना चाहिए। ये भी एक अहिंसा का रूप है। तो उन्होंने अहिंसा नूं बहुत गहरे अर्थां दे नाल वेख्या, और इसलिए अगर असीं देखते हैं कि मानवता के प्रति, मनुख के प्रति उन्हां दा जिहड़ा रवैया है, जिस वेले असीं मनुख के प्रति रवैया करते हैं उदों हर एक जात पात नूं छड्ड दिंदे आ, वो इंसान नूं इंसान के रूप च वेखदे आ और उन्हां दे दुख नूं अपना दुख समझदे दूर करन दी कोशिश करदे आ। एक जगह मैं उन्हां बारे पढ़ रहा सी, वो दसदे ने कि जदों मैं छोटा हुंदा जांदा सी अपने धार्मिक स्थान दे उत्ते, तां जिहड़ा उसदा धार्मिक स्थान दे उत्ते जो पुजारी हुंदे ने, कहंदे वो जदों परमात्मा बारे दसदा सी, कदी वो गीता विचों दसदा, कदी कुरान विचों, कदी श्री गुरु ग्रंथ साहब विचों, कदी बाइबल विचों घुम घुम के
ਵੱਖ-ਵੱਖ ਪਵਿੱਤਰ ਗ੍ਰੰਥਾਂ ਤੋਂ ਸਾਨੂੰ ਸਮਝਾਉਂਦਾ। ਹਾਂ। ਜਿਸ ਤਰ੍ਹਾਂ ਕਿ ਪਰਮਾਤਮਾ ਨੂੰ ਪਾਣਾ ਮੇਨ ਚੀਜ਼ ਹੈ, ਬਿਲਕੁਲ। ਪਵਿੱਤਰ ਗ੍ਰੰਥ ਤੇ ਕੋਈ ਵੀ ਅਸੀਂ ਪੜ੍ਹ ਸਕਦੇ ਹਾਂ, ਉਹ ਸਭ ਦੇ ਸਾਂਝੇ ਹੁੰਦੇ ਨੇ। ਸਾਰ ਇਹੀ ਹੈ ਜੀ, ਸਾਰ ਇਹੀ ਹੈ, ਜੀਵਨ ਦਾ ਵੀ ਸਾਰ ਇਹੀ ਹੈ। ਔਰ ਜਿੰਨੇ ਸਾਡੇ ਧਾਰਮਿਕ ਗ੍ਰੰਥ ਹੈ ਸਾਨੂੰ ਇਸੇ ਰਸਤੇ ਤੇ ਤੋਰਦੇ ਆ, ਔਰ ਗਾਂਧੀ ਜੀ ਨੇ ਇਸ ਰਸਤੇ ਤੇ ਚੱਲ ਕੇ ਵਿਖਾਇਆ। ਇਸੇ ਲਈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਸਾਡੇ ਸਾਹਮਣੇ ਇੱਕ ਰੋਲ ਮਾਡਲ ਦੀ ਤਰ੍ਹਾਂ ਆਉਂਦੀ ਹੈ, ਔਰ ਉਹਨਾਂ ਦੀ ਲਾਈਫ ਇੱਕ ਸੰਦੇਸ਼ ਦੇ ਤੌਰ ਤੇ ਜਾਂਦੀ ਹੈ ਕਿ ਇਹਨੂੰ ਪੜ੍ਹੋ ਔਰ ਇਹਦੇ ਉੱਪਰ ਚੱਲੋ। ਇਹ ਚੱਲਣਾ ਜ਼ਰੂਰੀ ਹੈ, ਕਿਉਂਕਿ ਜਿਹੜੇ ਉਹਨਾਂ ਦੀ ਕਿਤਾਬ ਵੀ ਹੈ, ਆਟੋਬਾਇਓਗ੍ਰਾਫੀ ਹੈ, ਉਹਦੇ 'ਚ ਵੀ ਹਰ ਇੱਕ ਚੀਜ਼ ਜਿੰਨੀ ਵੀ ਉਹਨਾਂ ਨੇ ਸਿਧਾਂਤ ਦਿੱਤੇ ਹੈ ਔਰ ਸਾਰਿਆਂ ਨੂੰ ਪ੍ਰੈਕਟਾਈਜ਼ ਕੀਤਾ ਜੀ। ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸਿਧਾਂਤਾਂ ਨੂੰ ਕਿੱਦਾਂ ਅਡਾਪਟ ਕਰਨਾ ਹੈ, ਉਹਨਾਂ ਨੇ ਕਰਕੇ ਵਿਖਾਇਆ। ਉਹਦੇ 'ਚ ਤਿਆਗ ਦੀ ਭਾਵਨਾ ਦੇਖਣ ਨੂੰ ਮਿਲਦੀ ਹੈ, ਉਸ 'ਚ ਸਾਦੇ ਜੀਵਨ ਦੀ ਭਾਵਨਾ ਵੇਖਣ ਨੂੰ ਮਿਲਦੀ ਹੈ, ਉਹਦੇ ਵਿੱਚ ਉੱਚੀ ਸੋਚ ਰੱਖਣ ਦੀ, ਵੱਡੀ ਸੋਚ ਰੱਖਣ ਦੀ ਗੱਲ ਜਿਹੜੀ ਹੈ ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਉਹਦੇ 'ਚ ਅੱਗੇ ਆ ਕੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਜਿਹੜੀ ਹੈ ਉਹ ਵੇਖੀ ਜਾ ਸਕਦੀ ਹੈ। ਆਈ ਟੂ ਐਨ ਆਈ ਮੇਕ ਦਾ ਵਰਲਡ ਬਲਾਈਂਡ ਵਰਲਡ। ਮਤਲਬ ਅਗਰ ਅਸੀਂ ਇੱਕ ਗੱਲ, ਕੋਈ ਗੁੱਸਾ ਕਰ ਰਿਹਾ ਤੇ ਦੂਸਰਾ ਅੱਗੇ ਗੁੱਸਾ ਕਰੇਗਾ ਤੇ ਸਾਰੀ ਦੁਨੀਆ ਜਿਹੜੀ ਹੈ ਉਹ ਬਿਖਰ ਜਾਏਗੀ, ਲੜਾਈਆਂ ਛੁੱਟ ਪੈਣਗੀਆਂ। ਤਾਂ ਇਹ ਉਹਨਾਂ ਨੇ ਕਿਸ ਤਰ੍ਹਾਂ ਜਿਹੜੀਆਂ ਲੜਾਈਆਂ ਵਾ, ਜਿਹੜੇ ਝਗੜੇ ਆ, ਉਹਨਾਂ ਨੂੰ ਕਿਸ ਤਰ੍ਹਾਂ ਪਿਆਰ ਦੇ ਨਾਲ, ਸਹਿਯੋਗ ਦੇ ਨਾਲ ਕਿਸ ਤਰ੍ਹਾਂ ਹੱਲ ਕਰਨਾ, ਇਹ ਸਾਰਾ ਸੰਦੇਸ਼ ਉਹਨਾਂ ਨੇ ਦਿੱਤਾ। ਬਿਲਕੁਲ, ਸਾਡੇ ਸਾਰੇ ਪਵਿੱਤਰ ਗ੍ਰੰਥਾਂ ਦਾ ਸੰਦੇਸ਼ ਇਹ ਹੈ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ ਜੀ, ਤੇ ਕਿਸੇ ਇਨਸਾਨ ਦਾ ਬੁਰਾ ਨਹੀਂ ਕਰਨਾ। ਉਹਨਾਂ ਸੰਦੇਸ਼ਾਂ ਨੂੰ ਉਹਨਾਂ ਨੇ ਪ੍ਰੈਕਟੀਕਲ ਰੂਪ ਇੰਪਲੀਮੈਂਟ ਕਰਕੇ ਵਿਖਾਇਆ। ਔਰ ਇਹ ਸਾਰੇ ਸੰਸਕਾਰ ਲੈ ਕੇ, ਇਹ ਸਾਰੀ ਸਿੱਖਿਆ ਲੈ ਕੇ ਉਹ ਇੰਗਲੈਂਡ ਜਾਂਦੇ ਨੇ ਜੀ ਹਾਂ। ਔਰ ਉੱਥੇ ਬਿਲਕੁਲ ਵੱਖਰਾ ਵਾਤਾਵਰਣ ਹੈ ਤੇ ਉੱਥੇ ਫਿਰ ਕਿੱਦਾਂ ਸਟੱਡੀ ਕਰਨਗੇ, ਕਿਉਂਕਿ ਭਾਰਤ ਤੋਂ ਬਾਅਦ ਇੰਗਲੈਂਡ ਜਾਣਾ ਤੇ ਮਾਈਂਡ ਸੈਟ ਤੇ ਭਾਰਤ ਦਾ ਜਿਹੜੇ ਸਾਰੇ ਸੰਸਕਾਰ ਨੇ ਉਹ ਹੈ ਉਹਨਾਂ ਦੇ ਅੰਦਰ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। 1888 ਦੇ ਵਿੱਚ ਜਿਸ ਵੇਲੇ ਉਹ ਬਰਿਸਟਰ ਦੀ ਪੜ੍ਹਾਈ ਕਰਨ ਵਾਸਤੇ ਇੰਗਲੈਂਡ ਜਾਣ ਦਾ ਫੈਸਲਾ ਕਰਦੇ ਆ ਤੇ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਚੁੱਕਾ ਹੁੰਦਾ। ਪਿਤਾ ਜੀ ਦੀ ਬਹੁਤ ਸੇਵਾ ਕਰਦੇ ਆ ਔਰ ਮਾਤਾ ਜੀ ਦੇ ਨਾਲ ਖੂਬ ਅਟੈਚਮੈਂਟ ਹੈ, ਔਰ ਇੰਗਲੈਂਡ ਜਾਣਾ ਔਰ ਉੱਥੇ ਜਾ ਕੇ ਬਰਿਸਟਰ ਦੀ ਪੜ੍ਹਾਈ ਕਰਨਾ ਇੱਕ ਬਹੁਤ ਵੱਡਾ ਡਿਸੀਜ਼ਨ ਸੀਗਾ। ਔਰ ਇੰਗਲੈਂਡ ਜਾਣ ਲੱਗੇ ਮਾਤਾ ਜੀ ਉਹਨਾਂ ਨੂੰ 3 ਵਾਅਦੇ ਉਹਨਾਂ ਕੋਲੋਂ ਲੈਂਦੇ ਆ ਕਿ ਬੱਚੇ ਹੁਣ ਤੁਸੀਂ ਵਿਦੇਸ਼ 'ਚ ਜਾ ਰਹੇ ਹੋ। 3 ਵਾਅਦੇ ਲਿੱਤੇ ਜਾਂਦੇ ਆ। ਇੱਕ ਤਾਂ ਮਾਸ ਜਿਹੜਾ ਹੈ, ਸ਼ਰਾਬ ਔਰ ਦੂਸਰੀ ਪਰਾਈ ਔਰਤ ਨੂੰ, ਤੋਂ ਇਹਨਾਂ ਤਿੰਨਾਂ ਤੋਂ ਤੁਸੀਂ ਦੂਰ ਰਹਿਣਾ। ਔਰ ਇਹਨਾਂ 3 ਵਾਅਦਿਆਂ ਦੇ ਨਾਲ ਉਹ ਬਰਿਸਟਰ ਦੀ ਪੜ੍ਹਾਈ ਕਰਨ ਦੇ ਲਈ ਇੰਗਲੈਂਡ ਚਲੇ ਜਾਂਦੇ ਆ। 1888 ਦੇ ਵਿੱਚ ਇਹ ਸਫ਼ਰ ਇੰਗਲੈਂਡ ਦਾ ਸ਼ੁਰੂ ਹੁੰਦਾ ਹੈ ਔਰ 1891 ਦੇ ਵਿੱਚ 3 ਸਾਲ 'ਚ ਇਹ ਆਪਣਾ ਉਹ ਬਰਿਸਟਰ ਦੀ ਪੜ੍ਹਾਈ ਕਰਕੇ ਉਪਾਧੀ ਲੈ ਕੇ ਵਾਪਸ ਆਉਂਦੇ ਆ। ਇੰਗਲੈਂਡ ਦੇ ਵਿੱਚ ਜਿਸ ਵੇਲੇ ਉਹ ਬਰਿਸਟਰ ਦੀ ਪੜ੍ਹਾਈ ਕਰਨ ਜਾਂਦੇ ਆ ਤਾਂ ਇੱਕ ਨਵੀਂ ਦੁਨੀਆ 'ਚ ਪਹੁੰਚਦੇ ਆ, ਜਿੱਥੇ ਸਾਰਾ ਜਿਹੜਾ ਪੱਛਚਿਮ ਦੀ ਸੰਸਕ੍ਰਿਤੀ ਜਿਹੜੀ ਹੈ ਉਹ ਆਪਣਾ ਪ੍ਰਭਾਵ ਗਾਂਧੀ ਜੀ 'ਤੇ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਲੇਕਿਨ ਸੰਸਕਾਰ ਇੰਨੇ ਮਜ਼ਬੂਤ ਹੈ, ਭਾਰਤ ਦੀ ਇਸ ਭੂਮੀ ਨੇ ਜਿਹੜੇ ਉਹਨਾਂ ਨੂੰ ਦਿੱਤੇ ਹੈ, ਇਸ ਮਿੱਟੀ ਨੇ ਉਹਨਾਂ ਨੂੰ ਦਿੱਤੇ ਹੈ ਕਿ ਉਸ ਪ੍ਰਭਾਵ ਪੱਛਚਿਮ ਦੀ ਸੰਸਕ੍ਰਿਤੀ ਦਾ ਗਾਂਧੀ ਜੀ 'ਤੇ ਆਂਦਾ ਜ਼ਰੂਰ ਹੈ, ਲੇਕਿਨ ਉਹ ਗਾਂਧੀ ਜੀ ਨੂੰ ਆਪਣੇ ਰੰਗ ਦੇ ਵਿੱਚ ਨਹੀਂ ਰੰਗ ਸਕਿਆ। ਗਾਂਧੀ ਜੀ ਦੀ ਆਤਮ ਕਥਾ ਦੇ ਵਿੱਚ ਗਾਂਧੀ ਜੀ ਲਿਖਦੇ ਹੈ ਕਿ ਜਿਸ ਵੇਲੇ ਵੀ ਮੈਂ ਪੱਛਚਿਮ ਦੀ ਸੰਸਕ੍ਰਿਤੀ ਦੇ ਪ੍ਰਭਾਵ 'ਚ ਆਇਆ, ਮੈਨੂੰ ਅੰਦਰੋਂ ਆਵਾਜ਼ ਆਉਂਦੀ ਰਹੀ ਕਿ ਨਹੀਂ, ਇਹ ਕੰਮ ਜਿਹੜਾ ਵਾ ਉਹ ਕਰਨ ਵਾਸਤੇ ਇੱਥੇ ਨਹੀਂ ਆਏ। ਚਾਹੇ ਉਹਨਾਂ ਨੇ ਪੱਛਚਿਮ ਦੀ ਸੰਸਕ੍ਰਿਤੀ ਦੇ ਵਿੱਚ ਜਿਹੜਾ ਬੂਟ ਸੂਟ ਵਾਲਾ ਜੋ ਕਲਚਰ ਸੀਗਾ ਉਹਨੂੰ ਅਡਾਪਟ ਕੀਤਾ, ਜੋ ਉੱਥੇ ਦੀ ਵੇਸ਼ਭੂਸ਼ਾ ਸੀ ਉਹਨੂੰ ਅਡਾਪਟ ਕੀਤਾ ਐਜ਼ ਪਰ ਦਾ ਰਿਕੁਆਇਰਮੈਂਟਸ, ਲੇਕਿਨ ਭਾਰਤ ਦੀ ਸੱਭਿਅਤਾ, ਭਾਰਤ ਦੀ ਸੰਸਕ੍ਰਿਤੀ ਦੇ ਨਾਲ ਉਹ ਲਗਾਤਾਰ ਜੁੜੇ ਰਹੇ। 3 ਵਾਅਦੇ ਜਿਹੜੇ ਉਹਨਾਂ ਨੇ ਆਪਣੀ ਮਾਤਾ ਜੀ ਨਾਲ ਕੀਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ। ਆਪਣੀ ਇਹ ਇੰਡੀਵਿਜੂਅਲ ਪ੍ਰੀਖਿਆ ਸੀ ਉਹਨਾਂ ਦੀ, ਭੁੱਖੇ ਰਹਿਣਾ ਲੇਕਿਨ ਮਾਸ ਦਾ ਸੇਵਨ ਨਹੀਂ ਕਰਨਾ। ਠੰਡਾ ਪ੍ਰਦੇਸ਼ ਹੈ, ਦੋਸਤਾਂ ਨੇ ਵੀ ਕਹਿਣਾ, ਲੇਕਿਨ ਉਹਨਾਂ ਨੇ ਜੋ ਮਾਤਾ ਜੀ ਨੂੰ ਵਚਨ ਦਿੱਤੇ ਸੀ ਉਹਨਾਂ 'ਤੇ ਉਹ ਚੱਲੇ। ਇਹ ਨੌਜਵਾਨ ਪੀੜ੍ਹੀ ਲਈ ਬਹੁਤ ਵੱਡਾ ਸੰਦੇਸ਼ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ, ਆਪਣੇ ਵੱਡਿਆਂ ਨੂੰ ਜੋ ਵਚਨ ਦੇ ਰਹੇ ਹੋ ਉਹਨਾਂ ਨੂੰ ਨਿਭਾਉਣਾ ਹੈ। ਔਰ ਇਹ ਗਾਂਧੀ ਜੀ ਦੀ ਪ੍ਰੀਖਿਆ ਸੀ, ਉੱਥੇ ਕੋਈ ਦੇਖ ਨਹੀਂ ਰਿਹਾ ਸੀ ਉਹਨਾਂ ਨੂੰ, ਲੇਕਿਨ ਉਹਨਾਂ ਨੇ ਉਹਨਾਂ ਸੰਸਕਾਰਾਂ ਨੂੰ ਨਿਭਾਇਆ ਔਰ ਆਪਣੀ ਆਤਮ ਕਥਾ 'ਚ ਬੜਾ ਸਪਸ਼ਟ ਲਿਖਿਆ। ਔਰ ਇਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਇਮਤਿਹਾਨ ਸੀ ਜਿਹੜਾ ਉਹਨਾਂ ਨੇ ਪਾਸ ਕੀਤਾ। ਬਰਿਸਟਰ ਦੀ ਉਪਾਧੀ ਤਾਂ ਲਈ, ਲੇਕਿਨ ਜਿਹੜਾ ਅਸੀਂ ਵਿਅਕਤੀਗਤ ਤੌਰ 'ਤੇ ਦੇਖਦੇ ਹਾਂ ਕਿ ਜਿਹੜੇ ਉਹ ਸੰਸਕਾਰ ਦਿੱਤੇ ਆ ਮਾਤਾ ਪਿਤਾ ਨੇ, ਉਹ ਜਿਹੜੀਆਂ ਕਹਾਣੀਆਂ ਬਚਪਨ ਦੀਆਂ ਸੁਣੀਆਂ, ਉਹਨਾਂ ਨੇ ਗਾਂਧੀ ਜੀ ਨੂੰ ਮਜ਼ਬੂਤ ਬਣਾਇਆ ਔਰ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਫੇਸ ਕੀਤਾ। ਔਰ ਜਿਸ ਵੇਲੇ ਬਰਿਸਟਰ ਦੀ ਪੜ੍ਹਾਈ ਕਰਕੇ ਇੰਗਲੈਂਡ ਤੋਂ ਵਾਪਸ ਆਉਂਦੇ ਆ 1891 ਦੇ ਵਿੱਚ, ਹਾਂਜੀ, ਔਰ ਉਹਨਾਂ ਦੇ ਬ੍ਰਦਰ, ਉਹਨਾਂ ਨੂੰ ਵੱਡੇ ਬ੍ਰਦਰ ਜਿਹੜੇ ਮਿਲਦੇ ਆ ਔਰ ਉਹ ਦੱਸਦੇ ਆ ਕਿ ਮਾਤਾ ਜੀ ਪੂਰੇ ਹੋ ਗਏ। ਓਹੋ। ਤੇ ਉਹ ਗਾਂਧੀ ਜੀ ਵਾਸਤੇ ਉਹ ਬਹੁਤ ਭਾਵੁਕ ਪਲ ਨੇ ਔਰ ਲਿਖਦੇ ਆਪਣੀ ਆਟੋਬਾਇਓਗ੍ਰਾਫੀ 'ਚ ਕਿ ਮੈਂ ਇੱਕਦਮ ਟੁੱਟ ਗਿਆ
ਤੇ ਮੇਰੇ ਲਈ ਕਿਉਂਕਿ ਮਾਤਾ ਜੀ ਹੀ ਸਭ ਤੋਂ ਨੰਬਰ 1 ਤੇ ਸੀ, ਮੈਂ ਉਹਨਾਂ ਨੂੰ ਹੀ ਭਗਵਾਨ ਦੇ ਰੂਪ 'ਚ ਦੇਖਦਾ ਸੀ ਔਰ ਬਹੁਤ ਕੁਝ ਉਹਨਾਂ ਲਈ ਲੈ ਕੇ ਆਇਆ ਸੀ। ਸ਼ਾਪਿੰਗ ਕਰ ਗਏ ਆਏ ਸੀ ਜਿੱਦਾਂ ਆਮ ਬੱਚੇ ਕਰਦੇ ਆ ਕਿ ਆਪਣੇ ਮਾਤਾ ਪਿਤਾ ਦੇ ਲਈ, ਲੇਕਿਨ ਗਾਂਧੀ ਜੀ ਕਹਿੰਦੇ ਕਿ ਮੈਂ ਬਹੁਤ ਸੁਪਨੇ ਲੈ ਕੇ ਆਇਆ ਸੀ ਕਿ ਮਾਤਾ ਜੀ ਵਾਸਤੇ ਮੈਂ ਲੈ ਕੇ ਆਇਆ ਤੇ ਉਹਨਾਂ ਨੂੰ ਦਊਂਗਾ ਤੇ ਉਹਨਾਂ ਦੇ ਇਮੋਸ਼ਨਸ ਕਿਸ ਤਰ੍ਹਾਂ ਦੇ ਹੋਣਗੇ, ਉਹਨਾਂ ਨੂੰ ਕਿੰਨਾ ਚੰਗਾ ਲੱਗੇਗਾ। ਲੇਕਿਨ ਉਹ 1891 'ਚ ਇਸ ਵੇਲੇ ਵਾਪਸ ਆਉਂਦੇ ਆ ਤੇ ਇਹ ਖਬਰ ਉਹਨਾਂ ਨੂੰ ਮਿਲਦੀ ਹੈ। ਤਾਂ ਗਾਂਧੀ ਜੀ ਉਸ ਵੇਲੇ ਨਿਰਾਸ਼ ਹੁੰਦੇ ਆ, ਪਰਸਨਲ ਵਿਅਕਤੀਗਤ ਜਿਹੜੀ ਇੱਕ ਉਹਨਾਂ ਨੂੰ ਬਹੁਤ ਵੱਡਾ ਆਘਾਤ ਪਹੁੰਚਦਾ ਹੈ, ਪਰ ਇਸ ਤੋਂ ਉਹਨਾਂ ਨੇ ਓਵਰਕਮ ਕੀਤਾ ਔਰ ਆਪਣੀ ਬੈਰਿਸਟਰ ਦੀ ਪੜ੍ਹਾਈ ਜਿਹੜੀ ਉਪਾਧੀ ਕੀਤੀ ਤੇ ਲਾਅ ਦੀ ਪ੍ਰੈਕਟਿਸ ਜਿਹੜੀ ਹੈ ਉਹ ਭਾਰਤ ਦੇ ਵਿੱਚ ਸ਼ੁਰੂ ਕਰਦੇ ਆ। ਯਾਨੀ ਇਹ ਹੈ ਕਿ ਰੱਬ ਨੂੰ ਵੇਖਣਾ ਹੋਵੇ ਤਾਂ ਆਪਣੀ ਮਾਂ ਨੂੰ ਵੇਖੋ, ਰੱਬ ਤੁਹਾਨੂੰ ਦਿਖਾਈ ਦਿੰਦਾ। ਇਹ ਸੰਦੇਸ਼ ਮਿਲਿਆ ਉਹਨਾਂ ਦੀ ਉਹਨਾਂ ਨੇ ਕਰਕੇ ਵਿਖਾਇਆ। ਬਿਲਕੁਲ। ਇੰਗਲੈਂਡ ਦੇ ਵਿੱਚ ਉਹਨਾਂ ਨੇ ਪ੍ਰੈਕਟਿਸ ਕੀਤੀ ਤੇ ਫਿਰ ਸਾਊਥ ਅਫਰੀਕਾ ਦੇ ਵਿੱਚ ਵੀ ਉਹਨਾਂ ਦੀਆਂ ਕਈ ਯਾਦਗਾਰਾਂ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਕਿਉਂਕਿ ਉੱਥੇ ਉਹਨਾਂ ਦਾ ਇੱਕ ਬਿਲਕੁਲ ਜਿਹਨੂੰ ਕਹਿੰਦੇ ਨੇ ਨਾ ਜ਼ਿੰਦਗੀ ਦੇ ਵਿੱਚ ਕੂਣੀ ਮੋੜ ਆਉਣਾ, ਬਿਲਕੁਲ ਦ ਟਰਨਿੰਗ ਪੁਆਇੰਟ। ਬਿਲਕੁਲ ਉਸ ਚੀਜ਼ ਨੂੰ ਆਪਾਂ ਜ਼ਰਾ ਜ਼ਿਕਰ ਕਰਨਾ ਚਾਹਾਂਗੇ। ਜੀ ਹਾਂ, ਜਿਸ ਵੇਲੇ ਉਹ ਇੰਗਲੈਂਡ ਤੋਂ ਬੈਰਿਸਟਰ ਦੀ ਉਪਾਧੀ ਲੈ ਕੇ ਭਾਰਤ ਦੇ ਵਿੱਚ ਵਾਪਸ ਆਉਂਦੇ ਆ, ਭਾਰਤ ਦੇ ਵਿੱਚ ਉਹ ਪ੍ਰੈਕਟਿਸ ਸ਼ੁਰੂ ਕਰਦੇ ਆ। ਭਾਰਤ ਦੇ ਵਿੱਚ ਉਹ ਇੰਗਲਿਸ਼ ਟੀਚਰ ਦੇ ਰੂਪ ਦੇ ਵਿੱਚ ਵੀ ਕੰਮ ਕਰਦੇ ਆ। ਇੰਗਲਿਸ਼ ਟੀਚਰ? ਯੈਸ, ਭਾਰਤ ਦੇ, ਕਿਉਂਕਿ ਉਹਨਾਂ ਨੂੰ ਲੈਂਗੁਏਜਸ ਦੀ ਬਹੁਤ ਕਮਾਂਡ ਸੀ, ਚਾਹੇ ਉਹ ਇੰਗਲਿਸ਼ ਦੀ ਗੱਲ ਕਰਦੇ ਆ, ਉਹ ਲੈਟਿਨ ਦੀ ਗੱਲ ਕਰਦੇ ਆ, ਅਸੀਂ ਅਰਬੀ ਦੀ ਗੱਲ ਕਰਦੇ ਆ, ਸੰਸਕ੍ਰਿਤ ਦੀ ਗੱਲ ਕਰਦੇ ਆ, ਲੈਂਗੁਏਜ 'ਤੇ ਕਮਾਂਡ ਸੀ। ਔਰ ਜਿਸ ਵੇਲੇ ਉਹ ਭਾਰਤ ਆ ਜਾਂਦੇ ਆ, ਲਾਅ ਦੀ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਆ ਤੇ ਸਾਊਥ ਅਫਰੀਕਾ ਦੇ ਵਿੱਚ ਇੱਕ ਕੇਸ ਆਉਂਦਾ ਹੈ ਔਰ ਇਹ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਹੈ ਜੀ। ਉਹਨਾਂ ਨੂੰ ਇੱਕ ਸੇਠ ਅਬਦੁੱਲਾ ਦਾ ਕੇਸ ਹੈ, ਕਮਰਸ ਦੀ ਫੀਲਡ ਦੇ ਨਾਲ ਜੁੜਿਆ ਹੋਇਆ, ਵਪਾਰ ਦੇ ਨਾਲ ਜੁੜਿਆ ਹੋਇਆ ਇੱਕ ਕੇਸ ਹੈ, ਜਿਹੜਾ ਕਿ ਅਪਰੋਚ ਕੀਤੀ ਜਾਂਦੀ ਹੈ ਗਾਂਧੀ ਜੀ ਨੂੰ ਕਿ ਤੁਸੀਂ ਇਸ ਕੇਸ ਨੂੰ ਹੱਲ ਕਰਨ ਦੇ ਲਈ, ਸਾਡੀ ਸੁਣਵਾਈ ਕਰਨ ਦੇ ਲਈ, ਤੁਸੀਂ ਸਾਡਾ ਪੱਖ ਰੱਖਣ ਦੇ ਲਈ ਸਾਊਥ ਅਫਰੀਕਾ ਆਓ। ਤਾਂ ਗਾਂਧੀ ਜੀ ਨੂੰ ਸੱਦਾ ਆਉਂਦਾ ਹੈ ਔਰ ਗਾਂਧੀ ਜੀ 1893 ਦੇ ਵਿੱਚ ਇੱਕ ਜਿਸ ਵੇਲੇ ਲੈਟਰ ਉਹਨਾਂ ਨੂੰ ਮਿਲਦੀ ਹੈ ਤੇ ਗਾਂਧੀ ਜੀ ਡਿਸਾਈਡ ਕਰਦੇ ਆ ਕਿ ਹੁਣ ਉਹ ਸਾਊਥ ਅਫਰੀਕਾ ਜਾਣਗੇ ਔਰ ਇਸ ਕੇਸ ਦੀ ਪੈਰਵਾਈ ਕਰਨਗੇ। ਔਰ ਜਿਸ ਵੇਲੇ ਉਹ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਜੀ ਪਹੁੰਚਦੇ ਆ ਤੇ ਉਹਨਾਂ ਦੀ ਲਾਈਫ ਦਾ ਜਿਹੜਾ ਟਰਨਿੰਗ ਪੁਆਇੰਟ ਆ ਸਾਨੂੰ ਉਹ ਵੇਖਣ ਨੂੰ ਮਿਲਦਾ। ਹੁੰਦਾ ਇਹ ਹੈ ਕਿ ਜਦੋਂ ਉਹ ਪੋਰਟ ਆਫ ਨਡਾਲ ਪਹੁੰਚਦੇ ਆ ਸਾਊਥ ਅਫਰੀਕਾ ਦੇ ਵਿੱਚ, ਸਮੁੰਦਰ ਦੇ ਰਾਹੀਂ ਪਹੁੰਚਦੇ ਆ ਔਰ ਉੱਥੇ ਹੀ ਉਹਨਾਂ ਨੂੰ ਉਸ ਪੋਰਟ ਦੇ ਉੱਪਰ ਹੀ ਭੇਦਭਾਵ ਜਿਹੜਾ ਹੈ ਉਹ ਸਾਫ਼ ਵੇਖਣ ਨੂੰ ਮਿਲਦਾ ਹੈ। ਰੇਸਿਜ਼ਮ, ਨਸਲੀ ਭੇਦਭਾਵ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ। ਇਹ ਕਿਸ ਤਰ੍ਹਾਂ ਇਨਸਾਨ ਦੂਸਰੇ ਇਨਸਾਨ ਦੇ ਨਾਲ ਭੇਦਭਾਵ ਕਰਦਾ ਹੈ, ਕਿਸ ਤਰ੍ਹਾਂ ਗੋਰੇ ਕਾਲਿਆਂ ਦੇ ਨਾਲ ਭੇਦਭਾਵ ਕਰਦੇ ਆ, ਸਪਸ਼ਟ ਵੇਖਣ ਨੂੰ ਮਿਲਦਾ। ਤੋ ਗਾਂਧੀ ਜੀ ਕਿਉਂਕਿ ਇੰਗਲੈਂਡ ਗਏ ਸੀ, ਉੱਥੇ ਇਸ ਤਰ੍ਹਾਂ ਦਾ ਭੇਦਭਾਵ ਉਹਨਾਂ ਨੂੰ ਨਹੀਂ ਵੇਖਣ ਨੂੰ ਮਿਲਿਆ, ਲੇਕਿਨ ਸਾਊਥ ਅਫਰੀਕਾ ਦੇ ਵਿੱਚ ਇਹ ਸਾਫ਼ ਉਹਨਾਂ ਨੂੰ ਵੇਖਣ ਨੂੰ ਮਿਲ ਰਿਹਾ ਸੀ। ਤੋ ਕੋਰਟ ਦੇ ਵਿੱਚ ਕੇਸ ਦੀ ਪੈਰਵਾਈ ਕਰਨ ਜਾਂਦੇ ਆ, ਉੱਥੇ ਵੀ ਉਹਨਾਂ ਦੀ ਡਰੈਸ ਦੇ ਉੱਪਰ ਕਿੰਤੂ ਪਰੰਤੂ ਹੁੰਦੇ ਆ, ਕਿਉਂਕਿ ਗਾਂਧੀ ਜੀ ਪਗੜੀ ਪਾ ਕੇ ਆਪਣੇ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਕੋਰਟ 'ਤੇ ਜਾਂਦੇ, ਉੱਥੇ ਵੀ ਕਿੰਤੂ ਪਰੰਤੂ ਗਾਂਧੀ ਜੀ ਦੇ ਉੱਪਰ ਕੀਤਾ ਜਾਂਦਾ। ਤੋ ਗਾਂਧੀ ਜੀ ਉੱਥੇ ਵੀ ਸਟਰੋਂਗਲੀ ਆਪਣਾ ਪੁਆਇੰਟ ਰੱਖਦੇ ਆ ਕਿ ਡਰੈਸ ਜਿਹੜੀ ਹੈ ਉਹਨਾਂ ਦੀ ਉਹ ਆਪਣੀ ਹੋਣੀ ਚਾਹੀਦੀ ਹੈ, ਉਹ ਪਗੜੀ ਪਹਿਨ ਕੇ ਆਏ, ਉਹਨਾਂ ਦੀ ਪਹਿਚਾਣ ਹੈ ਪਗੜੀ, ਆਪਣਾ ਉਹ ਆਰਗੂਮੈਂਟ ਬੜੀ ਸਟਰੋਂਗਲੀ ਰੱਖਦੇ ਆ। ਇੱਕ ਟਰਨਿੰਗ ਪੁਆਇੰਟ ਇੱਥੇ ਹੋਰ ਵੀ ਆਉਂਦਾ ਹੈ ਜਿਹੜਾ ਕਿ ਗਾਂਧੀ ਜੀ ਨੂੰ ਅੱਗੇ ਮਹਾਤਮਾ ਵੱਲ ਲੈ ਕੇ ਜਾਂਦਾ ਹੈ ਔਰ ਗਾਂਧੀ ਤੋਂ ਮਹਾਤਮਾ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੋ ਜਾਂਦਾ ਹੈ ਜੀ। ਜਿਸ ਵੇਲੇ ਗਾਂਧੀ ਜੀ ਨਡਾਲ ਤੋਂ ਰੇਲ ਦਾ ਸਫ਼ਰ ਕਰਦੇ ਆ ਤਾਂ ਸੇਠ ਅਬਦੁੱਲਾ ਉਹਨਾਂ ਨੂੰ ਫਸਟ ਕਲਾਸ ਦੀ ਟਿਕਟ ਜਿਹੜੀ ਹੈ ਟ੍ਰੇਨ ਦੀ ਉਹ ਲੈ ਕੇ ਦਿੰਦੇ ਆ ਕਿ ਤੁਸੀਂ ਕੇਸ ਦੀ ਪੈਰਵਾਈ ਕਰਨੀ ਹੈ ਔਰ ਕੋਰਟ 'ਚ ਪਹੁੰਚਣਾ ਹੈ ਤੇ ਰੇਲਵੇ ਦੇ ਰਾਹੀਂ ਤੁਸੀਂ ਆਓਗੇ ਔਰ ਇਹ ਤੁਹਾਡੀ ਫਸਟ ਕਲਾਸ ਦੀ ਟਿਕਟ ਹੈ। ਰਾਤ ਨੂੰ 9 ਵਜੇ ਦਾ ਸਮੇਂ ਹੈ ਔਰ ਗਾਂਧੀ ਜੀ ਫਸਟ ਕਲਾਸ ਦੇ ਕੰਪਾਰਟਮੈਂਟ ਦੇ ਵਿੱਚ ਬੈਠੇ ਹੈ ਔਰ 2 ਕਾਂਸਟੇਬਲ ਗਾਂਧੀ ਜੀ ਨੂੰ ਆਖਦੇ ਆ ਕਿ ਤੁਸੀਂ ਫਸਟ ਕੰਪਾਰਟਮੈਂਟ ਜਿਹੜਾ ਫਸਟ ਕਲਾਸ ਹੈ ਉਹਨੂੰ ਛੱਡ ਕੇ 3rd ਕਲਾਸ ਦੇ ਕੰਪਾਰਟਮੈਂਟ 'ਚ ਚਲੇ ਜਾਓ। ਤੋ ਗਾਂਧੀ ਜੀ ਦੱਸਦੇ ਹੈ ਕਿ ਮੇਰੇ ਕੋਲ ਤਾਂ ਫਸਟ ਕੰਪਾਰਟਮੈਂਟ ਜਿਹੜਾ ਇਹਦੀ ਟਿਕਟ ਹੈ ਫਸਟ ਕਲਾਸ ਦੀ। ਉਹ ਕਹਿੰਦੇ ਨਹੀਂ, ਟਿਕਟ ਕੋਈ ਮੈਟਰ ਨਹੀਂ ਕਰਦੀ, ਤੁਸੀਂ ਇੱਥੇ ਨਹੀਂ ਬੈਠ ਸਕਦੇ, ਇਹ ਸਿਰਫ ਗੋਰੇ ਲੋਕਾਂ ਦੇ ਲਈ ਹੈ। ਜਦੋਂ ਗਾਂਧੀ ਜੀ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਮੇਰੇ ਕੋਲ ਟਿਕਟ ਹੈ, ਤੇ ਉਹ ਗਾਂਧੀ ਦਾ ਸਮਾਨ ਜਿਹੜਾ ਔਰ ਫੈਂਕ ਦਿੱਤਾ ਜਾਂਦਾ ਬਾਹਰ ਔਰ ਗਾਂਧੀ ਜੀ ਨੂੰ ਚੁੱਕ ਕੇ ਸੁੱਟ ਦਿੰਦੇ ਨੇ ਜੀ, ਟ੍ਰੇਨ ਤੋਂ ਉਤਾਰ ਦਿੱਤਾ ਜਾਂਦਾ। ਤੋ ਗਾਂਧੀ ਜੀ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਉਹ ਫਸਟ ਇਨਸੀਡੈਂਟ ਹੈ ਗਾਂਧੀ ਜੀ ਦੀ ਲਾਈਫ ਦਾ ਜਿਸ ਵੇਲੇ ਉਹ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਆ। ਹੁਣ ਇੱਥੋਂ ਇੱਕੋ ਹੀ ਰਸਤਾ ਹੈ ਕਿ ਜਾਂ ਤਾਂ ਉਹ ਪਿੱਛੇ ਹਟ ਜਾਣ ਤੇ ਜਾਂ ਫਿਰ ਉਹ ਅੱਗੇ ਵਧਣ।
ਇਸ ਨਸਲੀ ਭੇਦਭਾਵ ਦਾ ਵਿਰੋਧ ਕਰਨ। ਗਾਂਧੀ ਜੀ ਨੂੰ ਉਹਨਾਂ ਦੇ ਸਮਾਨ ਸਮੇਤ ਗੱਡੀ ਤੋਂ ਉਤਾਰਤਾ ਚੁੱਕ ਕੇ ਗਿਆ। ਬਾਹਰ ਸੁੱਟ ਦਿੱਤਾ ਗਿਆ। ਬਿਲਕੁਲ। ਉੱਥੇ ਫਿਰ ਉਹ ਸੋਚਣਾ ਸ਼ੁਰੂ ਕਰਦੇ ਨੇ ਕਿ ਇਹ ਕੀ ਹੈਸੀਅਤ ਹੈ। ਬਿਲਕੁਲ, ਇੱਥੇ ਫਿਰ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਔਰ ਗਾਂਧੀ ਜੀ ਡਿਸਾਈਡ ਕਰਦੇ ਹੈ ਕਿ ਮੈਂ ਇਸ ਨਸਲੀ ਭੇਦਭਾਵ ਦਾ ਵਿਰੋਧ ਕਰਨਾ। ਸੋ ਇਸ ਤੋਂ ਅੱਗੇ ਤੁਰਾਂਗੇ ਜੀ, ਕਿਉਂਕਿ ਇੱਥੋਂ ਹੁਣ ਸਫ਼ਰ ਸ਼ੁਰੂ ਹੋ ਗਿਆ ਗਾਂਧੀ ਹਾਂ, ਜੀ ਦਾ ਮਹਾਤਮਾ ਬਣਨ ਦਾ। ਹੁਣ ਉਹਨਾਂ ਨੇ ਮੇਜਰ ਕਿਹੜੇ ਕੰਮ ਕੀਤੇ ਨੇ ਤੇ ਨਾਲ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਬਾਰੇ ਵੀ ਗੱਲ ਕਰਾਂਗੇ ਇਸ ਗੀਤ ਤੋਂ ਬਾਅਦ। ਆਓ ਜੀ ਇਸ ਗੀਤ ਦਾ ਆਨੰਦ ਲਈਏ। ਸ਼੍ਰੀ ਦਿਨੇਸ਼ ਅਰੋੜਾ ਜੀ ਸਾਡੇ ਨਾਲ ਨੇ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਵਿਭਾਗ, ਰਾਜਨੀਤੀ ਵਿਭਾਗ, ਡੀਏਵੀ ਕਾਲਜ ਜਲੰਧਰ ਤੋਂ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮਹਾਤਮਾ ਗਾਂਧੀ ਜੀ ਬਾਰੇ ਤੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਬਾਰੇ। ਕਹਾਣੀ ਸਾਡੀ ਇੱਥੇ ਤੱਕ ਪਹੁੰਚ ਗਈ ਸੀ ਕਿ ਮਹਾਤਮਾ ਗਾਂਧੀ ਜੀ ਨੂੰ ਰੇਲ ਗੱਡੀ ਤੋਂ ਬਾਹਰ ਸੁੱਟ ਦਿੱਤਾ ਗਿਆ, ਉਹਨਾਂ ਦੇ ਸਮਾਨ ਸਮੇਤ ਜੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਕਿਉਂਕਿ ਉੱਥੇ ਨਸਲੀ ਭੇਦਭਾਵ ਕਿ ਤੁਸੀਂ ਕਾਲੇ ਹੋ, ਅਸੀਂ ਗੋਰੇ ਹਾਂ, ਅਸੀਂ ਉੱਚੇ ਹਾਂ, ਤੁਸੀਂ ਨੀਵੇਂ ਹੋ, ਇਹ ਛੂਆ-ਛੂਤ, ਇਹ ਜ਼ਾਤ-ਪਾਤ, ਇਹ ਊਚ ਨੀਚ, ਇਹ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਹੈ। ਉਹਦਾ ਵਿਰੋਧ ਕਰਨ ਵਾਸਤੇ ਗਾਂਧੀ ਜੀ ਖੜੇ ਹੋ ਜਾਂਦੇ ਨੇ ਤੇ ਉੱਥੋਂ ਸਫ਼ਰ ਸ਼ੁਰੂ ਹੁੰਦਾ ਹੈ ਮਹਾਤਮਾ ਗਾਂਧੀ ਬਣਨ ਦਾ, ਮਹਾਤਮਾ ਬਣਨ ਦਾ, ਗਾਂਧੀ ਤੋਂ ਮਹਾਤਮਾ ਬਣਨ ਦਾ। ਜੀ ਸੋ ਉਸ ਸਫ਼ਰ ਬਾਰੇ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਜਿਹੜੀਆਂ ਫਿਰ ਮੂਵਮੈਂਟਸ ਚਲਾਈਆਂ, ਜੋ ਉਹਨਾਂ ਨੇ ਕੀਤਾ, ਜੋ ਮਹਾਤਮਾ ਦਾ ਸਫ਼ਰ ਅੱਗੇ ਚੱਲਦਾ ਹੈ। ਆਪਾਂ ਸ਼ੁਰੂਆਤ ਕਰਦੇ ਹਾਂ ਉਸ ਗੱਡੀ ਤੋਂ। ਕੀ ਹੋਇਆ ਜਦੋਂ ਗੱਡੀ ਤੋਂ ਬਾਹਰ ਕੱਢ ਦਿੱਤਾ ਗਿਆ? ਜਿਸ ਵੇਲੇ ਮਾਰਟਿਸਬਰਗ ਸਟੇਸ਼ਨ ਦੇ ਉੱਪਰ ਗਾਂਧੀ ਜੀ ਨੂੰ ਟ੍ਰੇਨ ਚੋਂ ਬਾਹਰ ਨਿਕਾਲਤਾ ਗਿਆ, ਉਸ ਵੇਲੇ ਗਾਂਧੀ ਜੀ ਕਮਿਟਮੈਂਟ ਕਰਦੇ ਆ ਕਿ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਉਹ ਇਹ ਹੈ ਕਿ ਹੁਣ ਇਸ ਸਾਰੇ ਦਾ ਵਿਰੋਧ ਕੀਤਾ ਜਾਏਗਾ, ਨਸਲੀ ਭੇਦਭਾਵ ਦਾ ਵਿਰੋਧ ਕੀਤਾ ਜਾਏਗਾ। ਨਡਾਲ ਇੰਡੀਅਨ ਕਾਂਗਰਸ ਦੀ ਸਥਾਪਨਾ ਹੁੰਦੀ ਹੈ ਔਰ ਗਾਂਧੀ ਜੀ ਪੂਰਾ ਏਜੰਡਾ ਬਣਾਉਂਦੇ ਆ ਕਿ ਜਿਹੜਾ ਨਸਲੀ ਭੇਦਭਾਵ ਦੀਆਂ ਨੀਤੀਆਂ ਵਾ, ਚਾਹੇ ਉਹ ਵੋਟ ਦਾ ਅਧਿਕਾਰ ਭਾਰਤੀਆਂ ਨੂੰ ਨਾ ਦੇਣਾ, ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਨਾ ਦੇਣਾ, ਉਹਨਾਂ ਦੇ ਉੱਪਰ ਟੈਕਸ ਲਗਾਉਣਾ, ਅਤਿਆਚਾਰੀ ਨੀਤੀਆਂ ਅਡਾਪਟ ਕਰਨੀਆਂ, ਪਬਲਿਕ ਪਲੇਸਿਸ 'ਤੇ ਉਹਨਾਂ ਨੂੰ ਜਾਣ ਤੋਂ ਰੋਕਣਾ, ਇਹ ਸਾਰਾ ਏਜੰਡਾ ਹੁੰਦਾ ਕਿ ਇਹਦਾ ਅਸੀਂ ਵਿਰੋਧ ਕਰਾਂਗੇ ਔਰ ਉਹ 'ਚ ਬਹੁਤ ਵੱਡੀ ਕਾਮਯਾਬੀ ਮਿਲਦੀ ਹੈ। ਔਰ ਜਿਹੜਾ ਗਾਂਧੀ ਤੋਂ ਮਹਾਤਮਾ ਦਾ ਸਫ਼ਰ ਹੈ, ਇਹ ਇੱਕ ਕਾਮਯਾਬੀ ਦਾ ਸਫ਼ਰ ਹੈ ਜਿਹੜਾ ਕਿ ਸਾਨੂੰ ਸਾਊਥ ਅਫਰੀਕਾ 'ਚ ਦੇਖਣ ਨੂੰ ਮਿਲਦਾ ਹੈ। ਔਰ ਇਹਦਾ ਹਥਿਆਰ ਜਿਹੜਾ ਉਹ ਸੱਤਿਆਗ੍ਰਹਿ, ਸੱਚ ਔਰ ਅਹਿੰਸਾ ਦਾ ਰਸਤਾ ਜਿਹੜਾ ਗਾਂਧੀ ਜੀ ਨੇ ਅਡਾਪਟ ਕੀਤਾ। ਇਸ ਤੋਂ ਬਾਅਦ ਗਾਂਧੀ ਜੀ ਦਾ ਭਾਰਤ ਦਾ ਸਫ਼ਰ ਸ਼ੁਰੂ ਹੁੰਦਾ ਹੈ। ਲਗਭਗ 21 ਸਾਲ ਤੋਂ ਬਾਅਦ ਗਾਂਧੀ ਜੀ ਭਾਰਤ ਆਉਂਦੇ ਆ। ਇਨ ਬਿਟਵੀਨ ਉਹ 1901 ਦੇ ਵਿੱਚ ਵੀ ਭਾਰਤ ਆਉਂਦੇ ਆ, ਲੇਕਿਨ ਥੋੜ੍ਹੇ ਸਮੇਂ ਦੇ ਲਈ। ਲੇਕਿਨ
ਇਸ ਤੋਂ ਬਾਅਦ ਉਹ 9 ਜਨਵਰੀ 1915 9 ਜਨਵਰੀ ਵਾਲਾ ਜਿਹੜਾ ਦਿਨ ਹੈ ਉਹਨੂੰ ਅਸੀਂ ਪ੍ਰਵਾਸੀ ਦਿਵਸ ਦੇ ਰੂਪ 'ਚ ਮਨਾਉਂਦੇ ਹਾਂ। ਔਰ ਗਾਂਧੀ ਜੀ 1915 ਦੇ ਵਿੱਚ ਭਾਰਤ ਵਾਪਸ ਆ ਜਾਂਦੇ ਆ ਔਰ ਭਾਰਤ ਆ ਕੇ ਭਾਰਤ ਦੀਆਂ ਸਮੱਸਿਆਵਾਂ ਨੂੰ, ਭਾਰਤ ਨੂੰ ਸਮਾਜਿਕ ਆਰਥਿਕ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆ ਜੀ। ਔਰ ਇਹ ਮੰਨਦੇ ਹੈ ਕਿ ਭਾਰਤ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਵਾ ਉਹ ਅਸੀਂ ਮਿਲ ਜੁਲ ਕੇ ਸਵਰਾਜ ਦੇ ਨਾਲ ਜਿਹੜਾ ਹੈ ਉਹ ਕੱਢ ਸਕਦੇ ਹਾਂ। ਔਰ ਇਹਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਗਾਂਧੀ ਜੀ ਉਹਨਾਂ ਨੂੰ ਆਪਣੇ ਰਾਜਨੀਤਿਕ ਗੁਰੂ ਦੇ ਰੂਪ ਵਿੱਚ ਦੇਖਦੇ ਆ। ਔਰ ਜੇ ਅਸੀਂ ਦੇਖੀਏ ਤਾਂ ਇਸੇ ਦੌਰਾਨ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਇੰਸੀਡੈਂਟ ਹੁੰਦਾ ਹੈ, ਦੁਖਾਂਤ ਇੰਸੀਡੈਂਟ ਜਿਹੜਾ ਜਲਿਆਂਵਾਲੇ ਬਾਗ ਦਾ ਸਾਨੂੰ ਦੇਖਣ ਨੂੰ ਮਿਲਦਾ ਹੈ। ਔਰ ਗਾਂਧੀ ਜੀ ਉਸ ਤੋਂ ਬਾਅਦ ਆਪਣੇ ਜੀਵਨ ਦਾ ਪਹਿਲਾ ਅੰਦੋਲਨ ਜਿਹੜਾ ਉਹ ਲਾਂਚ ਕਰਦੇ ਆ ਭਾਰਤ ਦੇ ਵਿੱਚ। ਇਸ ਤੋਂ ਪਹਿਲਾਂ ਉਹ ਖੇਤਰੀ ਪੱਧਰ ਦੇ ਉੱਪਰ ਅੰਦੋਲਨ ਚਲਾਉਂਦੇ ਆ, ਚਾਹੇ ਉਹ ਖੇੜਾ ਦਾ ਅੰਦੋਲਨ ਅਸੀਂ ਦੇਖਦੇ ਹਾਂ, ਬਰਦੋਲੀ ਦਾ ਅੰਦੋਲਨ ਦੇਖਦੇ ਹਾਂ, ਲੇਕਿਨ ਜਿਹੜਾ ਰਾਸ਼ਟਰੀ ਪੱਧਰ ਦਾ ਅੰਦੋਲਨ ਹੈ, ਪਹਿਲਾ ਅੰਦੋਲਨ 1 ਅਗਸਤ 1920 ਨੂੰ ਲਾਂਚ ਕਰਦੇ ਆ ਜਿਹਦਾ ਨਾਮ ਹੈ ਅਸਹਿਯੋਗ ਅੰਦੋਲਨ। ਇਹਦੇ ਪਿਛੋਕੜ ਦੇ ਵਿੱਚ ਸਨ 1919 ਦੀ ਜ਼ਿਲ੍ਹਿਆਂਵਾਲੇ ਬਾਗ ਦੀ ਘਟਨਾ ਹੈ। ਉਸ ਤੋਂ ਬਾਅਦ ਇਹਨੂੰ ਲਾਂਚ ਕੀਤਾ ਜਾਂਦਾ ਹੈ ਕਿਉਂਕਿ ਰੌਲਟ ਐਕਟ ਦਾ ਵਿਰੋਧ ਜਿਹੜਾ ਜਲਿਆਂਵਾਲੇ ਬਾਗ 'ਚ ਹੁੰਦਾ ਹੈ ਔਰ ਨਿਹੱਥੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਤੋਂ ਇਹਦੇ ਬਾਅਦ ਗਾਂਧੀ ਜੀ ਇੱਕ ਵੱਡਾ ਅੰਦੋਲਨ ਜਿਹੜਾ ਚਲਾਉਂਦੇ ਆ ਜੀ। ਜ਼ਿਲ੍ਹਿਆਂਵਾਲਾ ਬਾਗ ਜੀ 1919 ਬਿਲਕੁਲ 13 ਅਪ੍ਰੈਲ ਵਿਸਾਖੀ ਵਾਲਾ ਦਿਨ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਲੋਕ ਜਦੋਂ ਬੈਠੇ ਹੋਏ ਨੇ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ, ਜਨਰਲ ਡਾਇਰ ਉਹਨਾਂ ਦੇ ਉੱਤੇ ਗੋਲੀ ਚਲਾਉਂਦਾ ਤਾਂ ਉਹ ਭਾਰਤ ਦੇ ਇਤਿਹਾਸ ਦਾ ਆਜ਼ਾਦੀ ਦੀ ਲੜਾਈ ਦਾ, ਆਜ਼ਾਦੀ ਦੀਆਂ ਘੁਲਾਟੀਆਂ ਵਾਸਤੇ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਹੈ। ਉੱਥੋਂ ਹੀ ਮੁੱਢ ਵੱਜਦਾ ਹੈ ਸਾਡੀ ਭਾਰਤ ਦੀ ਆਜ਼ਾਦੀ ਦੀ ਮੁਹਿੰਮ ਦਾ। ਇਹ ਸਾਰੇ ਅੰਦੋਲਨ, ਇਹਨਾਂ ਵਿੱਚੋਂ ਵੱਖ-ਵੱਖ ਕਿਰਦਾਰ, ਵੱਖ-ਵੱਖ ਪਰਸਨੈਲਿਟੀਜ਼, ਵੱਖ-ਵੱਖ ਦੇਸ਼ ਭਗਤ ਸਾਹਮਣੇ ਆਉਂਦੇ ਨੇ। ਉਹਨਾਂ ਵਿੱਚੋਂ ਇੱਕ ਦੇਸ਼ ਭਗਤ ਹੈ ਸ਼੍ਰੀ ਲਾਲ ਬਹਾਦਰ ਸ਼ਾਸਤਰੀ। ਬਿਲਕੁਲ ਜੀ। ਲਾਲ ਬਹਾਦਰ ਸ਼ਾਸਤਰੀ ਦਾ ਜਿਸ ਵੇਲੇ ਅਸੀਂ ਨਾਮ ਲੈਂਦੇ ਹਾਂ ਤੇ ਗਾਂਧੀ ਜੀ ਦੇ ਜਿਹੜੇ ਸਿਧਾਂਤ ਹੈ ਉਹਨਾਂ ਤੇ ਉਹਨਾਂ ਦਾ ਜੀਵਨ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ ਜੀ। ਰਾਜਨੀਤੀ ਨੂੰ ਕਿਵੇਂ ਤੁਸੀਂ ਸਿਧਾਂਤਾਂ ਦੇ ਨਾਲ ਜੋੜਨਾ, ਰਾਜਨੀਤੀ ਕਿਵੇਂ ਸਾਫ਼ ਸੁਥਰੀ ਰਾਜਨੀਤੀ ਅਸੀਂ ਹੋਵੇ, ਉਹਦੀ ਉਦਾਹਰਨ ਹੈ ਲਾਲ ਬਹਾਦਰ ਸ਼ਾਸਤਰੀ ਦਾ ਜੀਵਨ। ਉਹਨਾਂ ਦਾ ਜਨਮ ਵੀ 2 ਅਕਤੂਬਰ ਨੂੰ ਹੈ ਔਰ 2 ਅਕਤੂਬਰ 1904 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਸ਼ਾਰਦਾ ਪ੍ਰਸਾਦ ਜੀ ਦੇ ਘਰ ਦੇ ਵਿੱਚ ਮਾਤਾ ਰਾਮ ਦੁਲਾਰੀ ਜੀ ਦੀ ਕੋਖ ਤੋਂ ਉਹਨਾਂ ਦਾ ਜਨਮ ਹੁੰਦਾ ਹੈ। ਇੱਕ ਨੰਨਾ, ਉਹਨਾਂ ਦਾ ਬਚਪਨ ਦਾ ਉਹਨਾਂ ਨੂੰ ਪਿਆਰ ਦੇ ਨਾਲ ਨੰਨਾ ਨਾਮ ਨਾਲ ਪੁਕਾਰਿਆ ਜਾਂਦਾ ਹੈ, ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਔਰ ਇੱਕ ਬੜੀ ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਗਾਂਧੀ ਜੀ ਨੂੰ ਪੂਰਾ ਆਪਣਾ ਜੀਵਨ ਸਮਰਪਿਤ ਕੀਤਾ ਜੀ। ਗਾਂਧੀ ਦਾ ਜਿਹੜਾ ਪਹਿਲਾ ਅੰਦੋਲਨ ਦੀ ਅਸੀਂ ਗੱਲ ਕਰ ਰਹੇ ਹਾਂ, ਅਸਹਿਯੋਗ ਅੰਦੋਲਨ, ਉਹਦੇ ਵਿੱਚ ਉਹਨਾਂ ਨੇ ਆਪਣੀ ਪੂਰੀ ਤੇ ਪੂਰਾ ਯੋਗਦਾਨ ਹੈ। ਮਤਲਬ 1920 ਦੇ ਵਿੱਚ ਅੰਦੋਲਨ ਚੱਲਦਾ ਹੈ ਤੇ 1904 ਦਾ ਜਨਮ ਹੈ ਲਾਲ ਬਹਾਦਰ ਸ਼ਾਸਤਰੀ ਦਾ। ਉਸ ਵੇਲੇ ਉਮਰ 16-17 ਸਾਲ ਹੈ, ਲੇਕਿਨ ਉਹ ਵੱਧ ਚੜ੍ਹ ਕੇ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਉਂਦੇ ਔਰ ਜੇਲ੍ਹ ਜਾਂਦੇ ਆ ਉਸ ਉਮਰ ਦੇ ਵਿੱਚ। ਤਾਂ ਦੇਖੋ ਕਿੰਨਾ ਪ੍ਰਭਾਵ ਹੈ ਗਾਂਧੀ ਜੀ ਦਾ। ਉਹ ਗਾਂਧੀ ਜੀ ਦੇ ਪ੍ਰਭਾਵ ਹੇਠ ਉਹਨਾਂ ਨੇ ਵਾਰਾਣਸੀ ਦੇ ਵਿੱਚ ਜਿਹੜਾ ਆਚਾਰਿਆ ਕਿਰਪਲਾਨੀ ਜੀ ਵੱਲੋਂ ਗਾਂਧੀ ਆਸ਼ਰਮ ਸਥਾਪਿਤ ਕੀਤਾ ਗਿਆ, ਉਹਨੂੰ ਜੁਆਇਨ ਕੀਤਾ ਔਰ ਗਾਂਧੀ ਦਾ ਪੂਰਾ ਜੀਵਨ ਦਾ ਵੀ ਅਧਿਐਨ ਕੀਤਾ, ਗਾਂਧੀ ਦੀ ਫਿਲਾਸਫੀ ਨੂੰ ਸਮਝਿਆ ਔਰ ਆਪਣੇ ਆਪ ਨੂੰ ਸਮਰਪਿਤ ਕਰਤਾ ਕਿ ਅਸੀਂ ਗਾਂਧੀ ਜੀ ਦੇ ਨਾਲ ਜਿਹੜਾ ਅਸਹਿਯੋਗ ਅੰਦੋਲਨ ਦੇ ਵਿੱਚ ਪਾਰਟ ਲੈਣਾ ਹੈਗਾ। ਔਰ ਜਿੰਨੇ ਵੀ ਅੰਦੋਲਨ ਗਾਂਧੀ ਜੀ ਨੇ ਇਸ ਤੋਂ ਬਾਅਦ ਚਲਾਏ, ਚਾਹੇ ਅਸੀਂ ਉਹਦੀ ਗੱਲ ਕਰੀਏ 1930 ਦੇ ਅੰਦੋਲਨ ਦੀ ਗੱਲ ਕਰਦੇ ਹਾਂ ਜਿਹਨੂੰ ਅਸੀਂ ਡਾਂਡੀ ਮਾਰਚ ਦੇ ਨਾਮ ਦੇ ਨਾਲ ਜਾਣਦੇ ਹਾਂ, ਨਮਕ ਕਾਨੂੰਨ ਤੋੜਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ। ਉਸ ਤੋਂ ਬਾਅਦ ਇੰਡੀਵਿਜੂਅਲ ਸੱਤਿਆਗ੍ਰਹਿ ਦੀ ਗੱਲ ਕਰਦੇ ਹਾਂ, ਫਿਰ ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਦੀ ਗੱਲ ਕਰਦੇ ਹਾਂ। ਇਹਨਾਂ ਸਾਰੇ ਅੰਦੋਲਨਾਂ ਦੇ ਵਿੱਚ ਪੂਰਾ ਦਾ ਪੂਰੀ ਸ਼ਮੂਲੀਅਤ ਜਿਹੜੀ ਹੈ ਉਹ ਸਾਨੂੰ ਲਾਲ ਬਹਾਦਰ ਸ਼ਾਸਤਰੀ ਦੀ ਮਿਲਦੀ ਹੈ। ਇੱਕ ਅਜਿਹਾ ਕਰੈਕਟਰ ਹੈ, ਇੱਕ ਅਜਿਹਾ ਜੀਵਨ ਹੈ ਜਿਹੜਾ ਆਪਣੀ ਵਿਅਕਤੀਗਤ ਜੀਵਨ ਔਰ ਆਪਣੇ ਸਾਰਵਜਨਿਕ ਜੀਵਨ ਦੇ ਵਿੱਚ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਸਿਧਾਂਤਾਂ ਦੇ ਨਾਲ ਲੈ ਕੇ ਅੱਗੇ ਚੱਲ ਰਿਹਾ ਜੀ। ਔਰ ਇਹ ਉਹ ਕਿਰਦਾਰ ਹੈ ਜਿਨ੍ਹਾਂ ਦੇ ਜੀਵਨ ਨੂੰ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸਾਦਗੀ ਭਰਿਆ ਜੀਵਨ, ਛੋਟੀ ਹਾਈਟ ਹੈ ਲੇਕਿਨ ਡਿਸੀਜ਼ਨ ਵੱਡੇ ਲੈਣ ਦੇ ਉਹਨਾਂ ਦੇ ਕੋਲ ਪੂਰਾ ਜਜ਼ਬਾ ਹੈ। 1965 ਦੀ ਜਿਹੜੀ ਲੜਾਈ ਉਹਨਾਂ ਨੇ ਜਿੱਤੀ ਹੈ ਪਾਕਿਸਤਾਨ ਦੇ ਨਾਲ, ਉੱਥੋਂ ਪਤਾ ਲੱਗਦਾ ਹੈ ਕਿ ਚਾਹੇ ਉਹਨਾਂ ਨੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਇਹਨਾਂ ਨੇ ਏਡੇ ਏਡੇ ਵੱਡੇ ਫੈਸਲੇ ਕਿਸ ਤਰ੍ਹਾਂ ਲਏ ਆ। ਔਰ ਇਹ ਭਾਰਤ ਦਾ ਇਤਿਹਾਸ ਹੈ, ਜਿਹੜਾ ਆਧੁਨਿਕ ਇਤਿਹਾਸ ਹੈ, ਉਹਨਾਂ ਦੇ ਵਿੱਚ ਉਹਨਾਂ ਦੇ ਕਰੈਕਟਰ ਜਿਹੜੇ ਆ ਬਹੁਤ ਵੱਡੇ ਆ। ਔਰ ਇਹਦਾ ਸੰਦੇਸ਼ ਨੌਜਵਾਨ ਪੀੜ੍ਹੀ ਤੱਕ ਪਹੁੰਚਣਾ ਚਾਹੀਦਾ ਹੈ ਕਿ ਇਹ ਉਹ ਲੋਕ ਹੈ ਜਿਨ੍ਹਾਂ ਨੇ ਕਦੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਜੀ, ਰਾਜਨੀਤੀ ਨੂੰ ਸੇਵਾ ਸਮਝਿਆ ਔਰ ਸਾਰਵਜਨਿਕ ਜੀਵਨ ਦੇ ਵਿੱਚ ਉਹਨਾਂ ਨੇ ਹਰ ਇੱਕ ਇਨਸਾਨ ਦੀ ਸੇਵਾ ਕੀਤੀ ਹੈ। ਔਰ ਇਹ ਮੁੱਢ ਹੈ ਭਾਰਤ ਦੀ ਅੱਜ ਦੀ ਜਿਹੜੀ ਅਸੀਂ ਵਿਕਾਸ ਦੇਖਦੇ ਹਾਂ। ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਉਚਾਈਆਂ 'ਤੇ ਪਹੁੰਚਦਾ ਪਿਆ ਔਰ ਆਧੁਨਿਕਤਾ ਦੇ ਨਵੇਂ ਮੀਲ ਪੱਥਰ ਜਿਹੜੇ ਸਥਾਪਿਤ ਕਰਦਾ ਪਿਆ। ਇਹ ਜਿਹੜੀਆਂ ਉਚਾਈਆਂ ਅਸੀਂ ਦੇਖਦੇ ਪਏ ਹਾਂ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਇਹਨਾਂ ਲੋਕਾਂ ਨੇ ਸਥਾਪਿਤ ਕੀਤੀਆਂ।
ਇੱਕ ਇਹਨਾਂ ਦੇ ਬਚਪਨ ਦੀ ਮੈਂ ਕਹਾਣੀ ਪੜ੍ਹ ਰਿਹਾ ਸੀ ਜੀ। ਕਿ ਇੱਕ ਚੈੱਕ ਕਰਨ ਵਾਸਤੇ ਆਉਂਦੇ ਨੇ, ਜਿਵੇਂ ਆਉਂਦੇ ਨੇ ਸਕੂਲਾਂ ਦੇ ਵਿੱਚ ਜੀ। ਵੱਡੇ ਵੱਡੇ ਇੰਸਪੈਕਟਰਸ ਆਉਂਦੇ ਜੀ, ਜੀ, ਨੇ ਹਾਂ। ਔਰ ਉਹ ਟੈਸਟ ਲੈਂਦੇ ਨੇ ਬੱਚਿਆਂ ਦਾ। ਬਿਲਕੁਲ। ਤੇ ਸ਼ਾਸਤਰੀ ਜੀ ਨੂੰ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਜੀ। ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ ਸੀ ਜੀ। ਤੇ ਉਹਨਾਂ ਦੇ ਅਧਿਆਪਕ ਨੇ ਇਸ਼ਾਰਾ ਕੀਤਾ ਕਿ ਨਾਲ ਦੇ ਮੁੰਡੇ ਦੇ ਕਾਪੀ 'ਚੋਂ ਤੂੰ ਦੇਖ ਲੈ, ਕਾਪੀ ਕਰ ਲੈ, ਨਕਲ ਮਾਰ ਕੇ ਤੂੰ ਕਰ ਲੈ, ਪਰ ਉਹਨਾਂ ਨੇ ਨਹੀਂ ਕੀਤਾ। ਇਹ ਐਕਚੁਅਲੀ ਜਿਸ ਵੇਲੇ ਅਸੀਂ ਇਸ ਇਨਸੀਡੈਂਟ ਨੂੰ ਦੇਖਦੇ ਹਾਂ, ਇਹ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜਿਆ ਹੋਇਆ। ਤੋ ਜਿਹੜਾ ਐਜੂਕੇਸ਼ਨਲ ਇੰਸਪੈਕਟਰ ਆਂਦਾ ਉਹਦਾ ਨਾਮ ਗਿਲਸ ਹੁੰਦਾ ਜੀ। ਤੋ ਗਾਂਧੀ ਜੀ ਨੂੰ ਇਹ ਗੱਲ ਕਹੀ ਜਾਂਦੀ ਹੈ, ਸ਼ਾਸਤਰੀ ਜੀ ਨੂੰ, ਗਾਂਧੀ ਜੀ ਨੂੰ, ਇਹ ਗਾਂਧੀ ਜੀ ਦਾ ਕਿਰਦਾਰ, ਗਾਂਧੀ ਜੀ ਦਾ ਇਨਸੀਡੈਂਟ ਹੈ। ਅੱਛਾ ਜੀ। ਔਰ ਗਾਂਧੀ ਜੀ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਗਾਂਧੀ ਨੂੰ ਇਸ ਇਨਸੀਡੈਂਟ ਨੂੰ ਕੋਟ ਕਰਦੇ ਆ। ਲਾਲ ਬਹਾਦੁਰ ਸ਼ਾਸਤਰੀ ਜੀ ਦੀ ਇੰਗਲਿਸ਼ ਲੈਂਗੁਏਜ ਤੇ ਬਹੁਤ ਕਮਾਂਡ ਸੀ ਔਰ ਉਹਨਾਂ ਦਾ ਪੂਰਾ ਜੀਵਨ ਅਸੀਂ ਦੇਖਦੇ ਹਾਂ ਤੇ ਉਸ ਜੀਵਨ 'ਚ ਸਾਦਗੀ ਹੈ। ਇੱਕ ਗਰੀਬ ਪਰਿਵਾਰ ਸੀ, ਲੇਕਿਨ ਉਹਨਾਂ ਨੇ ਆਪਣੇ ਇੱਕ ਕਮਿਟਮੈਂਟ ਦੇ ਨਾਲ, ਇੱਕ ਸੈਲਫ ਐਨਾਲਿਸਿਸ ਦੇ ਨਾਲ, ਆਪਣੇ ਜਜ਼ਬੇ ਦੇ ਨਾਲ ਲਗਾਤਾਰ ਇਮਾਨਦਾਰੀ ਦੇ ਨਾਲ ਅੱਗੇ ਵਧੇ ਔਰ ਭਾਰਤ ਦੀ ਜਿਹੜੀਆਂ ਉਚਾਈਆਂ ਉਹਨਾਂ ਨੇ ਦੇਖੀਆਂ, ਰਾਜਨੀਤਿਕ ਜੀਵਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਪਦ ਉਹਨਾਂ ਨੇ ਹਾਸਿਲ ਕੀਤਾ ਹੈ। ਔਰ ਜਿਹੜਾ ਉਹ ਟਾਈਮ ਸੀਗਾ 1965 ਦੀ, ਜਿਸ ਵੇਲੇ ਲੜਾਈ ਹੈ ਔਰ ਚਾਹੇ ਅਸੀਂ ਇਕਨੋਮਿਕ ਤੌਰ ਤੇ ਸਾਡੀ ਜਿਹੜੀ ਪੋਜੀਸ਼ਨ ਸੀ ਉਸ ਵੇਲੇ ਖਾद्य ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ, ਦੂਸਰੇ ਪਾਸੇ ਪਾਕਿਸਤਾਨ ਦਾ ਹਮਲਾ ਹੋ ਜਾਂਦਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਇੱਕ ਫੇਸ ਕੀਤਾ, ਮਜ਼ਬੂਤੀ ਦੇ ਨਾਲ ਦੇਸ਼ ਨੂੰ ਉਸ ਸੰਕਟ ਤੋਂ ਬਾਹਰ ਲੈ ਕੇ ਆਏ। ਇੱਕ ਚੀਜ਼, ਜਦੋਂ ਰੇਲਵੇ ਮਿਨਿਸਟਰ ਸੀ, ਜੀ। ਸ਼ਾਇਦ ਇਸ ਘਟਨਾ ਤੋਂ ਸਾਡੇ ਅੱਜ ਦੇ ਮਾਹੌਲ ਦੇ ਸਾਰੇ ਨੌਜਵਾਨ ਸਿੱਖ ਸਕਣ ਕਿ ਉਹ ਕਿੰਨੇ ਆਦਰਸ਼ਵਾਦੀ ਸੀ, ਕਿੰਨੇ ਸੱਚਾਈ ਤੇ ਚੱਲਣ ਵਾਲੇ ਸੀ। ਕਹਿੰਦੇ ਨੇ ਕਿ ਇੱਕ ਰੇਲਵੇ ਐਕਸੀਡੈਂਟ ਹੋ ਗਿਆ ਸੀ, ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕੀਤਾ। ਬਿਲਕੁਲ, ਉਹ ਭਾਰਤ ਦੇ ਇਤਿਹਾਸ ਦੇ ਵਿੱਚ ਇਕੱਲੀ ਇਸ ਤਰ੍ਹਾਂ ਉਦਾਹਰਣ ਹੈ ਕਿ ਇੱਕ ਕਿਉਂਕਿ ਇਹ ਰੇਲਵੇ ਮਿਨਿਸਟਰ ਸੀਗੇ ਔਰ ਰੇਲ ਦਾ ਜਿਸ ਵੇਲੇ ਐਕਸੀਡੈਂਟ ਹੁੰਦਾ ਹੈ ਔਰ ਇਹ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਂਦੇ ਆ। ਸ਼ਾਸਤਰੀ ਜੀ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਂਦੇ ਆ ਔਰ ਰਿਜ਼ਾਈਨ ਕਰਦੇ ਉਸ ਪੋਸਟ ਦੇ ਉੱਪਰੋਂ। ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ, ਜਿਹੜਾ ਇਹਦੀ ਰਿਸਪੌਂਸਿਬਿਲਿਟੀ ਫਿਕਸ ਕਰਨੀ ਹੈ ਕਿ ਉਹਦੀ ਰਿਸਪੌਂਸਿਬਿਲਿਟੀ ਫਿਕਸ ਕਰਨੀ ਆ। ਇੱਕ ਉਹਨਾਂ ਨੇ ਸੰਦੇਸ਼ ਦਿੱਤਾ ਕਿ ਜਿਹੜਾ ਹੈੱਡ ਆਫ ਦਾ ਡਿਪਾਰਟਮੈਂਟ ਹੈ, ਜਿਹੜਾ ਉਸ ਮਿਨਿਸਟਰੀ ਦਾ ਹੈੱਡ ਹੈ, ਸਭ ਤੋਂ ਪਹਿਲਾਂ ਤਾਂ ਉਹ ਰਿਸਪੌਂਸਿਬਿਲਿਟੀ ਲਵੇ ਔਰ ਇਹਨਾਂ ਨੇ ਉਸ ਵੇਲੇ ਉਸ ਪੋਸਟ ਤੋਂ ਰਿਜ਼ਾਈਨ ਕੀਤਾ। ਔਰ ਲੇਕਿਨ ਇਹ ਇੱਕ ਕਹਿ ਲਓ ਕਿ ਇੱਕ ਮੈਸੇਜ ਜਾਂਦਾ ਹੈ ਪਬਲਿਕ ਲਾਈਫ ਦੇ ਵਿੱਚ ਕਿ ਟਰਾਂਸਪੇਰੈਂਸੀ ਜਿਹੜੀ ਆ, ਪਾਰਦਰਸ਼ਿਤਾ ਜਿਹੜੀ ਹੈ, ਉਹ ਸਪਸ਼ਟ ਰੂਪ ਦੇ ਨਾਲ ਦਿਖਾਈ ਦੇਣੀ ਚਾਹੀਦੀ ਆ। ਅਸੀਂ ਕਹਿ ਦਿੰਦੇ ਹਾਂ ਕਿ ਪਾਰਦਰਸ਼ਿਤਾ ਹੈਗੀ ਆ, ਇਮਾਨਦਾਰੀ ਹੈਗੀ ਆ, ਲੇਕਿਨ ਇੱਕ ਵਿਚਾਰ ਇਹ ਵੀ ਹੈ ਕਿ ਉਹ ਜੇ ਇਮਾਨਦਾਰੀ ਔਰ ਪਾਰਦਰਸ਼ਿਤਾ ਹੈਗੀ ਹੈ ਤਾਂ ਉਹ ਦਿਖਾਈ ਵੀ ਦੇਣੀ ਚਾਹੀਦੀ ਹੈ। ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਆਪਣੇ ਤੇ ਲਿਆ ਕਿ ਮੈਂ ਇਸ ਪਦ ਤੋਂ ਜਿਹੜਾ ਵਾ ਉਹ ਰਿਜ਼ਾਈਨ ਕਰਦਾ ਵਾਂ ਔਰ ਤਾਂ ਕਿ ਇਹਦੀ ਨਿਸ਼ਪਕਸ਼ਤਾ ਦੇ ਨਾਲ ਹਰ ਤਰੀਕੇ ਦੇ ਨਾਲ ਇਹਦੀ ਜਾਂਚ ਹੋ ਸਕੇ। ਯਾਨੀ ਕਿ ਸਿਰਫ ਗੱਲਾਂ ਨਾ ਕਰੋ, ਨਹੀਂ, ਕਰਕੇ ਦਿਖਾਓ। ਬਿਲਕੁਲ। ਔਰ ਦੇਖਦੇ ਹਾਂ ਅਸੀਂ ਉਹਨਾਂ ਦੇ ਅਗਰ ਨਿੱਜੀ ਜੀਵਨ ਨੂੰ ਵੀ ਝਾਤ ਮਾਰਦੇ ਹਾਂ ਤੇ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਰਿਕੁਐਸਟ ਕਰਦੇ ਆ ਕਿ ਅਸੀਂ ਸਕੂਲ ਜਾਣਾ ਜੀ, ਪਾਪਾ ਸਾਨੂੰ ਤੁਸੀਂ ਕਾਰ ਲੈ ਕੇ ਦਿਓ। ਉਹ ਜਿਸ ਵੇਲੇ ਕਾਰ ਪਰਚੇਸ ਕਰਦੇ ਆ ਤੇ ਬੈਂਕ ਤੋਂ ਲੋਨ ਲੈਂਦੇ ਆ ਔਰ ਉਹਨਾਂ ਦੀ ਡੈਥ ਤੋਂ ਬਾਅਦ ਵੀ 5000 ਰੁਪਏ ਦਾ ਲੋਨ ਉਹਨਾਂ ਦੇ ਨਾਮ ਤੇ ਖੜਾ ਹੁੰਦਾ, ਜਿਹੜੀ ਕਿ ਉਹਨਾਂ ਦੇ ਵਾਈਫ ਬਾਜ਼ ਦੇ ਵਿੱਚੋਂ ਉਹਨੂੰ ਪੇ ਕਰਦੇ ਆ। ਤਾਂ ਇੱਕ ਕਿਰਦਾਰ ਹੈ, ਉਸ ਕਿਰਦਾਰ ਦੇ ਵਿੱਚ ਉਹਨਾਂ ਦਾ ਵਿਅਕਤੀਗਤ ਜੀਵਨ ਵੀ ਵੇਖਣ ਨੂੰ ਮਿਲਦਾ ਹੈ ਔਰ ਸਾਰਵਜਨਿਕ ਜੀਵਨ ਦੀ ਲਾਈਫ ਵੀ ਵੇਖਣ ਨੂੰ ਮਿਲਦੀ ਹੈ। ਲੇਕਿਨ ਦੋਨਾਂ ਜੀਵਨ ਦੇ ਵਿੱਚ ਕਿਤੇ ਵੀ ਕੰਟਰਾਡਿਕਸ਼ਨ ਨਹੀਂ ਹੈ। ਇਹ ਨਹੀਂ ਹੈ ਕਿ ਵਿਅਕਤੀਗਤ ਜੀਵਨ 'ਚ ਉਹ ਅਲੱਗ ਵਿਖਣ ਤੇ ਸਾਰਵਜਨਿਕ ਜੀਵਨ 'ਚ ਉਹ ਅਲੱਗ ਵਿਖਣ। ਜਿਸ ਵੇਲੇ ਵੀ ਆਪਣੇ ਆਫਿਸ ਜਾਂਦੇ ਆ, ਆਪਣੀ ਆਫੀਸ਼ੀਅਲ ਕਾਰ ਦੇ ਵਿੱਚ ਜਾਂਦੇ ਆ, ਉਹਨੂੰ ਆਫੀਸ਼ੀਅਲੀ ਯੂਜ਼ ਕਰਦੇ ਆ, ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਸੇਵਾ ਦਾ ਸਾਧਨ ਹੈ, ਇਹ ਸਮਾਜ ਦੇ ਲਈ ਬਣਿਆ, ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਇੱਕ ਸਮਰਪਣ ਹੈ। ਮੈਂ ਇਹੀ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਅਸੀਂ ਅੱਜ ਦੇਖਦੇ ਹਾਂ ਭਾਰਤ ਦਾ ਇਹ ਵਿਕਾਸ ਦੇਖਦੇ ਆ, ਭਾਰਤ ਇੱਕ ਬੁਲੰਦੀਆਂ ਤੇ ਅੱਗੇ ਜਾ ਰਿਹਾ ਹੈ, ਦੁਨੀਆ ਦੇ ਵਿੱਚ ਆਪਣਾ ਜਿਹੜੇ ਭਾਰਤ ਦੀ ਅਲੱਗ ਪਹਿਚਾਣ ਹੈ, ਉਹਦੀਆਂ ਜਿਹੜੀਆਂ ਜੜ੍ਹਾਂ ਵਾ ਉਹ ਇਹਨਾਂ ਪਰਸਨੈਲਿਟੀਜ਼ ਨੇ ਰੱਖੀਆਂ ਔਰ ਇਹ ਪਰਸਨੈਲਿਟੀਜ਼ ਨੇ ਜਿਹੜੀਆਂ ਜੜ੍ਹਾਂ ਬਣਾਈਆਂ, ਇੰਨੀਆਂ ਮਜ਼ਬੂਤ ਜੜ੍ਹਾਂ ਹੈ ਕਿ ਦੇਸ਼ ਜਿਹੜਾ ਲਗਾਤਾਰ ਅੱਗੇ ਵਧ ਰਿਹਾ। ਇੱਕ ਤਾਂ ਰਾਜਨੀਤਿਕ ਵਿਵਸਥਾ ਦੇ ਰੂਪ 'ਚ ਅੱਗੇ ਵਧ ਰਿਹਾ ਔਰ ਇੱਕ ਸਮਾਜਿਕ ਔਰ ਆਰਥਿਕ ਤਾਕਤ ਦੇ ਰੂਪ 'ਚ ਅੱਗੇ ਵਧ ਰਿਹਾ। ਔਰ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਗਿਆ, ਡਾਕਟਰ BR ਅੰਬੇਦਕਰ ਜੀ ਦੀ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈਗਾ, ਉਸ ਸੰਵਿਧਾਨ ਦੇ ਪੂਰੇ ਦੇਸ਼ ਨੂੰ ਇੱਕ ਬਣਾ ਕੇ ਰੱਖਿਆ ਔਰ ਇਹਦੇ ਨਾਲ ਸਾਡੀ ਰਾਜਨੀਤਿਕ ਵਿਵਸਥਾ ਵੀ ਮਜ਼ਬੂਤ ਹੋਈ ਹੈ ਔਰ ਸਮਾਜਿਕ ਏਕਤਾ, ਅਖੰਡਤਾ ਵੀ ਮਜ਼ਬੂਤ ਹੋਈ ਹੈ ਔਰ ਅਸੀਂ ਆਰਥਿਕ ਤੌਰ ਤੇ ਵੀ ਇੱਕ ਸ਼ਕਤੀ ਦੇ ਤੌਰ ਤੇ ਸਾਹਮਣੇ ਆਏ ਹਾਂ। ਇੱਕ ਚੀਜ਼ ਜੋ ਸਾਹਮਣੇ ਆਉਂਦੀ ਹੈ ਇਹਨਾਂ ਦੇ ਜੀਵਨ ਤੋਂ ਉਹ ਇਹ ਆਉਂਦੀ ਹੈ ਕਿ ਰਾਜਨੀਤੀ ਸੇਵਾ ਹੈ। ਬਿਲਕੁਲ, ਸੇਵਾ ਹੈ ਤੇ ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਕ੍ਰਾਂਤੀ ਹੈ। ਬਿਲਕੁਲ। ਲੋਕਾਂ ਨੂੰ ਜੋੜੋ, ਤੋੜੋ ਨਾ, ਖਿੰਡਾਓ ਨਾ, ਜੋੜ ਕੇ ਰੱਖੋ, ਤਾਂ ਹੀ ਦੇਸ਼ ਬਣੇਗਾ। ਇੱਕ ਜੋੜਨਾ। ਔਰ ਇਹ ਦੇਖੋ ਤੁਸੀਂ, ਉਸ ਟਾਈਮ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ ਜੀ। ਉਸ ਟਾਈਮ ਇਹਨਾਂ ਲੋਕਾਂ ਨੇ ਜਿਹੜੇ ਮੈਸੇਜ ਦਿੱਤੇ ਆ, ਜਿਹੜਾ ਲੋਕਾਂ ਨੂੰ ਇੱਕ ਕੀਤਾ ਔਰ ਵੱਡੇ ਅੰਦੋਲਨ ਚੱਲੇ ਆ। ਚਾਹੇ ਅਸੀਂ ਇੱਕ ਅੰਦੋਲਨ ਦੀ ਗੱਲ ਕਰਦੇ ਹਾਂ
ਫਸਟ ਜਿਹੜਾ ਅੰਦੋਲਨ ਹੈ ਸਹਿਯੋਗ ਅੰਦੋਲਨ ਗਾਂਧੀ ਜੀ ਦੁਆਰਾ ਲਾਂਚ ਕੀਤਾ ਗਿਆ, ਕੁਇਟ ਇੰਡੀਆ ਮੂਵਮੈਂਟ ਦੀ ਗੱਲ ਕਰਦੇ ਹਾਂ ਜਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਗੱਲ ਕਰਦੇ ਹਾਂ, ਸਾਬਰਮਤੀ ਆਸ਼ਰਮ ਤੋਂ ਜਿਹੜਾ ਡਾਂਡੀ ਮਾਰਚ ਨਿਕਲਦਾ ਹੈ 200 ਮੀਲ ਦਾ ਉਹ ਮਾਰਚ ਹੈ ਔਰ ਹਜ਼ਾਰਾਂ ਲੋਕ ਉਹਦੇ ਵਿੱਚ ਸ਼ਾਮਲ ਹੋ ਰਹੇ ਆ। ਪੂਰੇ ਦੇਸ਼ ਦੇ ਵਿੱਚ ਹਰ ਇੱਕ ਮਤਲਬ ਲੋਕਾਂ ਤੱਕ ਸੰਦੇਸ਼ ਪਹੁੰਚ ਰਿਹਾ ਔਰ ਲੂਣ ਬਣਾਇਆ ਉਹਨਾਂ ਨੇ, ਬਿਲਕੁਲ ਨਮਕ ਤੇ ਜਿਹੜਾ ਉਹਨਾਂ ਨੇ ਬਣਾਇਆ ਸਮੁੰਦਰ ਦੇ ਪਾਣੀ ਨਾਲ, ਬਿਲਕੁਲ। ਔਰ ਇਹ ਇੱਕ ਮੈਸੇਜ ਸੀਗਾ ਕਿ ਆਮ ਲੋਕ ਜਿਹੜੇ ਹੈ ਉਹਨਾਂ ਤੱਕ ਅਸੀਂ ਇਹ ਸੰਦੇਸ਼ ਲੈ ਕੇ ਜਾਣਾ ਹੈ ਔਰ ਉਹਨਾਂ ਨੂੰ ਰਾਸ਼ਟਰੀ ਅੰਦੋਲਨ ਦੇ ਵਿੱਚ ਸ਼ਾਮਲ ਕਰਨਾ ਹੈਗਾ। ਸੋ ਇਹ ਸਾਰੇ ਅੰਦੋਲਨ, ਇਹ ਸਾਰੀਆਂ ਗੱਲਾਂ, ਸਿਧਾਂਤ, ਵਿਚਾਰਧਾਰਾ, ਇਹ ਸਾਰੀਆਂ ਦੀਆਂ ਸਾਰਾ ਜੋ ਧਾਰਮਿਕ ਗ੍ਰੰਥਾਂ ਤੋਂ, ਪਵਿੱਤਰ ਗ੍ਰੰਥਾਂ ਤੋਂ ਉਹਨਾਂ ਨੇ ਲਿੱਤਾ, ਉਹਨੂੰ ਜ਼ਿੰਦਗੀ ਦੇ ਵਿੱਚ ਜੀ ਕੇ ਦਿਖਾਇਆ, ਜਿਵੇਂ ਸਾਡੇ ਮਹਾਂਪੁਰਖ ਜੀ ਕੇ ਦਿਖਾਉਂਦੇ ਨੇ। ਅੱਜ ਦੇ ਸਮੇਂ ਦੇ ਵਿੱਚ ਕੀ ਸੰਦੇਸ਼ ਜਾਏਗਾ ਇੱਕ ਸਿੱਖਿਆਵਾਂ ਦਾ ਸਾਡੇ ਦਰਸ਼ਕਾਂ ਵਾਸਤੇ? ਜੋ ਇਹ ਦੋਨੋਂ ਕਰੈਕਟਰ ਅਗਰ ਅਸੀਂ ਦੇਖਦੇ ਹਾਂ, ਦੋਨੋਂ ਪਰਸਨੈਲਿਟੀਜ਼, ਮਹਾਨ ਪਰਸਨੈਲਿਟੀਜ਼ ਨੂੰ ਅਗਰ ਦੇਖਦੇ ਹਾਂ, ਲਾਲ ਬਹਾਦੁਰ ਸ਼ਾਸਤਰੀ ਜੀ ਨੂੰ, ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ, ਇਹਨਾਂ ਦੇ ਲਾਈਫ ਦਾ ਜਿਹੜਾ ਸੰਦੇਸ਼ ਹੈ ਔਰ ਅਗਰ ਇਹਨਾਂ ਦੀ ਆਟੋਬਾਇਓਗ੍ਰਾਫੀ ਅਗਰ ਅਸੀਂ ਪੜ੍ਹੀਏ ਮਹਾਤਮਾ ਗਾਂਧੀ ਜੀ ਦੀ, ਮਾਈ ਐਕਸਪੈਰੀਮੈਂਟ ਵਿਦ ਟਰੁਥ, ਤੇ ਹਰ ਇੱਕ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੇ ਹਰ ਇੱਕ ਗੱਲ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਔਰ ਕਿਤੇ ਵੀ ਦੋ ਸਿਧਾਂਤ ਜਿਹੜੇ ਸੱਚ ਤੇ ਅਹਿੰਸਾ ਦੇ, ਉਹ ਤੁਹਾਨੂੰ ਲੱਗਣਗੇ ਨਹੀਂ ਕਿਤੇ ਵੱਖ ਹੋ ਗਏ ਆ। ਉਹਨਾਂ ਨੂੰ ਥੋਰੋਲੀ ਇਹਨਾਂ ਨੇ ਅਡਾਪਟ ਕਰਕੇ ਰੱਖਿਆ, ਹਮੇਸ਼ਾ ਆਪਣੀ ਜ਼ਿੰਦਗੀ ਨੂੰ ਉਹਦੇ ਤੇ ਚਲਾਇਆ ਔਰ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਉਹਨਾਂ ਸਿਧਾਂਤਾਂ ਤੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ। ਉਹਨਾਂ ਦੇ ਜੀਵਨ 'ਚ ਵੀ, ਪਰਸਨਲ ਜੀਵਨ 'ਚ ਵੀ ਸਾਨੂੰ ਉਹ ਸਿਧਾਂਤ ਵੇਖਣ ਨੂੰ ਮਿਲਦੇ ਆ, ਚਾਹੇ ਉਹ ਸਾਰਵਜਨਿਕ ਜੀਵਨ 'ਚ ਉੱਥੇ ਵੀ ਵੇਖਣ ਨੂੰ ਮਿਲਦੇ ਆ। ਤਾਂ ਨੌਜਵਾਨ ਪੀੜ੍ਹੀ ਨੂੰ, ਵੈਸੇ ਤਾਂ ਅਗਰ ਅਸੀਂ ਮਸ਼ਹੂਰ ਸਾਇੰਟਿਸਟ ਆਇਨਸਟਾਈਨ ਹੋਏ ਆ, ਉਹ ਤਾਂ ਇਹ ਮੰਨਦੇ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਤਾਂ ਇਹ ਕਿੱਦਾਂ ਵਿਸ਼ਵਾਸ ਕਰੇਗੀ ਕਿ ਮਹਾਤਮਾ ਗਾਂਧੀ ਵਰਗੀ ਪਰਸਨੈਲਿਟੀ ਧਰਤੀ ਤੇ ਵੀ ਆਈ ਸੀ। ਇੱਦਾਂ ਦੇ ਇਨਸਾਨ ਹੈਗੇ ਸੀ, ਇਸ ਤਰ੍ਹਾਂ ਦੇ ਇਨਸਾਨ ਵੀ ਸੀਗੇ ਕਿ ਜਿਨ੍ਹਾਂ ਨੇ ਬਿਨਾਂ ਖੂਨ ਦਾ ਇੱਕ ਕਤਰਾ ਗਵਾਏ ਉਸ ਅੰਗਰੇਜ਼ੀ ਸਾਮਰਾਜ ਜਿਹੜਾ ਸੀਗਾ ਉਹਨੂੰ ਭਾਰਤ ਤੋਂ ਭਜਾਤਾ ਸੀਗਾ। ਤੋ ਵੈਸੇ ਤਾਂ ਇਹ ਇੱਕ ਜਿਹੜੀ ਇਹਨਾਂ ਦੇ ਲਾਈਫ ਸਕੈਚ ਹੈ, ਇਹਨਾਂ ਦੇ ਕਰੈਕਟਰਸ ਜਿਹੜੇ ਆ, ਇਹ ਮਤਲਬ ਦੂਰਦਰਸ਼ਨ ਨੂੰ ਧੰਨਵਾਦ ਹੈ ਕਿ ਉਹ ਲੋਕਾਂ ਸਾਹਮਣੇ ਇਹ ਕਰੈਕਟਰ ਲੈ ਕੇ ਆ ਰਹੇ ਆ ਤਾਂ ਕਿ ਇੱਕ ਮੈਸੇਜ ਪਹੁੰਚ ਜਾਵੇ ਕਿ ਇਹ ਰਸਤਾ ਜਿਹੜਾ ਠੀਕ ਹੈ, ਅਸਲੀ ਰਸਤਾ ਹੀ ਇਹੀ ਹੈ, ਸੱਚ ਔਰ ਅਹਿੰਸਾ ਦਾ। ਅਗਰ ਅਸੀਂ ਸਿੰਪਲਿਸਿਟੀ ਨੂੰ ਅਡਾਪਟ ਕਰ ਲਈਏ, ਇਹਨਾਂ ਸਿਧਾਂਤਾਂ ਨੂੰ ਅਡਾਪਟ ਕਰ ਲਈਏ, ਤੇ ਨਾ ਸਿਰਫ ਅਸੀਂ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ, ਅਸੀਂ ਆਪਣੇ ਸਾਰਵਜਨਿਕ ਜੀਵਨ ਦੇ ਵਿੱਚ, ਅਸੀਂ ਆਪਣੇ ਸਮਾਜ ਦੇ ਵਿੱਚ, ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਨੂੰ, ਨਿਸ਼ਚਿਤ ਤੌਰ ਤੇ ਇਸ ਦੁਨੀਆ ਨੂੰ ਸ਼ਾਂਤੀ ਦੇ, ਵਿਕਾਸ ਦੇ ਰਸਤੇ ਦੇ ਉੱਪਰ ਲੈ ਸਕਦੇ ਹਾਂ ਔਰ ਇਨਸਾਨ ਨੂੰ ਭਾਈਚਾਰੇ ਦਾ ਸੰਦੇਸ਼ ਦੇ ਸਕਦੇ ਹਾਂ। ਮਨ ਨੀਵਾਂ, ਬਿਲਕੁਲ, ਮਤ ਉੱਚੀ, ਇਹੀ ਗੁਰੂ ਸਾਹਿਬਾਨ ਸਾਨੂੰ ਸਿਖਾਉਂਦੇ ਨੇ ਔਰ ਸਾਰੇ ਪਵਿੱਤਰ ਗ੍ਰੰਥ ਸਾਡੇ ਸਾਰਿਆਂ ਦੇ ਸਾਂਝੇ ਨੇ। ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾਈਏ, ਉਹਨਾਂ ਸਿੱਖਿਆਵਾਂ ਦੇ ਉੱਤੇ ਚੱਲੀਏ, ਇਹੀ ਸੰਦੇਸ਼ ਹੈ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਜੀਵਨ ਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਦਿਨੇਸ਼ ਜੀ ਤੁਹਾਡਾ, ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹੋ ਔਰ ਸ਼ੁਭ ਇੱਛਾਵਾਂ ਸਾਡੇ ਵੱਲੋਂ, ਔਰ ਇਸੇ ਤਰ੍ਹਾਂ ਹੀ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ।